ਨਵਾਂ ਪੰਜਾਬ ਚੈਨਲ ਦੇ ਦਰਸ਼ਕਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਪੰਜਾਬੀ ਰੰਗਮੰਚ ਦਾ ਇਤਿਹਾਸ ਨੋਰਾ ਰਿਚਰਡਸ ਤੋਂ ਸ਼ੁਰੂ ਹੋਇਆ ਹੈ ਤੇ ਅੱਜ ਤੱਕ ਉਹਦਾ ਸਫ਼ਰ ਬਾਦਸਤੂਰ ਜਾਰੀ ਹੈ। ਈਸ਼ਵਰ ਚੰਦਰ ਨੰਦਾ, ਬਲਵੰਤ ਗਾਰਗੀ, ਅਜਮੇਰ ਸਿੰਘ ਔਲਖ, ਭਾਜੀ ਗੁਰਸ਼ਰਨ ਸਿੰਘ, ਦਵਿੰਦਰ ਦਮਨ, ਜਸਵੰਤ ਦਮਨ, ਡਾਕਟਰ ਸਾਹਿਬ ਸਿੰਘ, ਅਨੀਤਾ ਸ਼ਬਦੀਸ਼, ਕੇਵਲ ਧਾਲੀਵਾਲ, ਅਨੇਕਾਂ ਨਾਮ ਨੇ ਜਿਹੜੇ ਇਸ ਸਫ਼ਰ ਨੂੰ ਹੌਲੀ-ਹੌਲੀ ਅੱਗੇ ਤੋਰ ਰਹੇ ਨੇ। ਤੇ ਅੱਜ ਸਾਡੇ ਦਰਮਿਆਨ ਇੱਕ ਇਹੋ ਜਿਹੀ ਸ਼ਖਸੀਅਤ ਮੌਜੂਦ ਹੈ, ਪੰਜਾਬੀ ਰੰਗਮੰਚ ਦਾ ਇੱਕ ਵੱਡਾ ਹਸਤਾਖਰ, ਦਵਿੰਦਰ ਦਮਨ। ਦਮਨ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦਮਨ ਜੀ, ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਰੰਗਮੰਚ ਦੇ ਲੇਖੇ ਲਾਈ ਹੈ, ਤੇ ਮੇਰਾ ਸਿੱਧਾ ਜਿਹਾ ਇੱਕ ਛੋਟਾ ਜਿਹਾ ਸਵਾਲ ਹੈ ਕਿ ਤੁਹਾਡੇ ਲਈ ਜ਼ਿੰਦਗੀ ਰੰਗਮੰਚ ਹੈ ਜਾਂ ਰੰਗਮੰਚ ਜ਼ਿੰਦਗੀ ਹੈ? ਬੜਾ ਗੰਭੀਰ ਸਵਾਲ ਹੈ ਆਪਣੇ ਆਪ 'ਚ। ਮੇਰੀ ਇਹ ਦੋਵੇਂ ਆਪਸ ਨਾਲ ਗੁੱਟ ਨੇ, ਦੋਵੇਂ ਹੀ ਮੇਰੀ ਜ਼ਿੰਦਗੀ ਰੰਗਮੰਚ ਹੈ ਤੇ ਰੰਗਮੰਚ ਮੇਰੀ ਜ਼ਿੰਦਗੀ ਹੈ। ਸੱਚੀ ਗੱਲ ਇਹ ਹੈ, ਕਿਉਂਕਿ ਮੈਂ ਰੋਟੀ ਕਮਾਉਣ ਲਈ ਸਰਕਾਰੀ ਨੌਕਰੀ ਵੀ ਕੀਤੀ, ਹੋਰ ਵੀ ਬੜੇ ਕੰਮ ਕੀਤੇ, ਲੇਕਿਨ ਹਰ ਜਗ੍ਹਾ ਰੰਗਮੰਚ ਮੇਰੇ ਨਾਲ ਰਿਹਾ, ਮੇਰੇ ਅੰਦਰ ਰੰਗਮੰਚ ਹੀ ਰਿਹਾ। ਮੈਂ ਨਹੀਂ ਕਹਿ ਸਕਦਾ ਕਿਉਂ ਰਿਹਾ, ਕਿਵੇਂ ਰਿਹਾ, ਲੇਕਿਨ ਰੰਗਮੰਚ ਦਾ ਮੈਂ ਸਦਾ ਹੀ ਸ਼ੈਦਾਈ ਰਿਹਾ ਸੀ, ਹਾਂ, ਤੇ ਰਹੂੰਗਾ ਮੇਰੇ ਖਿਆਲ ਵਿੱਚ। ਤੁਸੀਂ 1971 ਵਿੱਚ ਨੋਰਾ ਰਿਚਰਡਸ ਰੰਗਮੰਚ ਦੀ ਸਥਾਪਨਾ ਕੀਤੀ ਤੇ ਅੱਜ 50 ਸਾਲ ਹੋ ਗਏ ਨੇ। ਇਹਨਾਂ 50 ਸਾਲਾਂ ਦੇ ਵਿੱਚ ਤੁਸੀਂ ਪੰਜਾਬੀ ਰੰਗਮੰਚ ਵਿੱਚ ਕੀ ਤਬਦੀਲੀਆਂ ਵੇਖੀਆਂ ਨੇ? ਕੀ ਸਿਰਫ ਪੰਜਾਬੀ ਰੰਗਮੰਚ ਸਮਾਜਿਕ ਜਾਂ ਆਰਥਿਕ ਤਾਣੇ-ਬਾਣੇ ਦੇ ਆਲੇ ਦੁਆਲੇ ਹੀ ਸੀਮਤ ਰਿਹਾ ਹੈ, ਜਾਂ ਇਸ ਦੀ ਹੋਰ ਵਿਧਾ ਨੂੰ ਵੀ ਅੱਗੇ ਉਤਪੰਨ ਹੋਣ ਦਾ ਮੌਕਾ ਮਿਲਿਆ? ਜਿਹੜੀ ਸਮਾਜਿਕ ਉਸ ਦੀ ਗੱਲ ਹੈ, ਉਹ ਤਾਂ ਵਿਸ਼ੇ ਦੀ ਗੱਲ ਹੈ, ਸਬਜੈਕਟ ਦੀ ਗੱਲ ਹੈ। ਇਹਦੇ ਵਿੱਚ ਇੱਕ ਟੈਕਨੀਕਲਿਟੀ ਇਨਵੋਲਵ ਹੁੰਦੀ ਹੈ ਕਿ ਅਸੀਂ ਇਹਨੂੰ ਪੇਸ਼ ਕਿਸ ਤਰ੍ਹਾਂ ਕਰਦੇ ਹਾਂ। ਸ਼ੁਰੂ ਦੇ ਵਿੱਚ ਜਿੱਥੋਂ ਮੈਂ ਪ੍ਰਭਾਵਿਤ ਹੋਇਆ ਤੇ ਇਪਰਾ ਨਾਲ ਜੁੜਿਆ, ਕੈਮਰਿਸਟ ਟਰੋਲਾ ਦੇ ਨਾਟਕ ਦੇਖਦੇ ਰਹੇ, ਉਹ ਤਾਂ ਬਹੁਤ ਸਾਦਗੀ ਨਾਲ ਥੜੇ ਤੇ ਵੀ, ਗੱਡਿਆਂ ਦੇ ਉੱਤੇ ਵੀ, ਤੇ ਆਪਣੀ ਛੋਟੀ ਮੋਟੀ ਸਟੇਜ ਬਣਾ ਕੇ ਪੇਸ਼ ਹੋ ਜਾਂਦਾ ਸੀ। ਪਰ ਉਹ ਹੌਲੀ ਉੱਥੋਂ ਚੱਲਦਾ ਵਿਕਾਸ ਕਰਦਾ ਰਿਹਾ। ਥੀਏਟਰ ਵੀ ਬਣਾਏ, ਲੋਕਾਂ ਨੇ ਵੀ ਬਣਾਏ ਗਏ ਆਪਣੇ ਆਧਾਰ ਦੇ ਉੱਪਰ, ਸਰਕਾਰ ਨੇ ਵੀ ਬਣਾਏ। ਟੈਗੋਰ ਥੀਏਟਰ ਵੀ ਉਦੋਂ ਬਾਅਦ ਬਣਿਆ ਜੀ। ਤੇ ਉਹਦੇ ਵਿੱਚ ਕਈ ਟੈਕਨੀਕਲ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਕਾਫੀ ਸਾਰੀਆਂ, ਕਿਉਂਕਿ ਰੰਗਮੰਚ ਬੇਸਿਕਲੀ ਬਹੁਤ ਸ਼ੁਰੂਆਤ ਹੈ ਮਨੁੱਖ ਦੀ। ਮਨੁੱਖ ਦੇ ਜਨਮ ਦੇ ਨਾਲ ਹੀ ਮੈਂ ਸਮਝਦਾ ਥੀਏਟਰ ਦਾ ਜਨਮ ਹੋਇਆ। ਜਦੋਂ ਅਸੀਂ ਲੈਂਗੁਏਜ ਵੀ ਨਹੀਂ ਸੀ ਸਾਡੇ ਕੋਲੇ, ਅਸੀਂ ਗੱਲਬਾਤ ਕਰਦੇ ਸੀਗੇ, ਇਸ਼ਾਰਿਆਂ ਨਾਲ ਕਰਦੇ ਸੀ। ਇੱਕ ਸ਼ਿਕਾਰ ਮਾਰ ਲਿਆ ਜਾਂਦਾ ਹੈ, ਉਹਨੂੰ ਭੁੰਨਿਆ ਜਾ ਰਿਹਾ ਹੈ, ਇੱਕ ਬਜ਼ੁਰਗ ਉੱਠ ਕੇ ਕਬੀਲੇ ਦਾ ਪੁੱਛਦਾ ਹੈ ਉਹਨੂੰ ਕਿਵੇਂ ਮਾਰਿਆ, ਤਾਂ ਉਹ ਦੱਸਦਾ ਹੈ, ਜਿਹੜੇ ਨਾਲ ਗਏ ਹੁੰਦੇ ਨੇ ਉਹਨਾਂ ਨੂੰ ਸ਼ਿਕਾਰ ਬਣਾ ਲੈਂਦਾ ਤਾਂ ਆਪ ਸ਼ਿਕਾਰੀ ਬਣ ਕੇ ਉਹ ਕਰਦਾ ਹੈ। ਇਹ ਕਹਾਣੀ ਦੱਸਣ ਦਾ ਮਤਲਬ ਹੈਗਾ ਕਿ ਉਹ ਜੋ ਕਹਾਣੀ ਦੱਸ ਰਿਹਾ ਉਹ ਥੀਏਟਰ ਹੈ, ਕਿਉਂਕਿ ਲੈਂਗੁਏਜ ਤੋਂ ਬਿਨਾਂ ਵੀ ਥੀਏਟਰ। ਅੱਜ ਵੀ ਜਦੋਂ ਮੈਂ ਦੇਖਦਾ ਕਿ ਕੋਈ ਸੁਆਣੀ ਬੈਠੀ ਹੈ, ਉਹਦੇ ਨਾਲ ਬੱਚਾ ਹੈ, ਉਹ ਕਿਸ ਦੀ ਗੈਸਟ ਹੈ, ਉਹ ਬੱਚੇ ਨੂੰ ਮਨਾ ਕਰਨਾ ਚਾਹੁੰਦੀ ਹੈ ਤਾਂ ਬੋਲਦੀ ਨਹੀਂ ਹੈਗੀ, ਜੋ ਕੋਈ ਸ਼ਰਾਰਤ ਕਰ ਰਿਹਾ ਦੇਖ ਲੈਂਦਾ, ਆਪਣੇ ਬੱਚੇ ਨੂੰ ਹਟਾਉਂਦੀ ਕਰਦੀ ਹੈ, ਉਹ ਜਿਹੜੀ ਘੋਰੀ ਹੈ। ਹਾਂਜੀ, ਇਸ ਤਰ੍ਹਾਂ ਹੀ ਕਈ ਵਾਰੀ ਅਸੀਂ ਕੋਈ ਗੱਲ ਸੁਣ ਰਹੇ ਹੁੰਦੇ, ਪੁੱਛਦੇ ਤੂੰ ਕੀਤਾ ਸੀ, ਅਸੀਂ ਕਹਿੰਦੇ ਅੱਜ ਵੀ ਉਹ ਲੈ। ਜੇ ਮੈਂ ਕਿਸੇ ਗੱਲ ਤੇ ਜ਼ੋਰ ਦੇਣਾ ਹੋਵੇ ਤਾਂ ਅੱਜ ਮੈਂ ਕਹੂੰ ਨਹੀਂ ਯਾਰ ਮੇਰੀ ਗੱਲ ਠੀਕ ਹੈ। ਸੋ ਇਹ ਬਿਨਾਂ ਭਾਸ਼ਾ ਤੋਂ ਹੀ ਚੱਲਿਆ, ਔਰ ਇਹ ਸਮਝ ਲਵੇ ਮੁੱਢਲੀਆਂ ਪੇਂਟਿੰਗਸ ਵੀ ਸੀਗੀਆਂ, ਇਹ ਮੁੱਢਲਾ ਲਿਟਰੇਚਰ ਵੀ ਸੀਗਾ, ਇਹ ਮੁੱਢਲਾ ਉਹ ਸਭ ਕੁਛ ਸੀ ਜੋ ਬਾਅਦ 'ਚ ਲਿਟਰੇਚਰ 'ਚ ਆਇਆ, ਸਾਰੀਆਂ ਫਾਰਮਸ ਇਹਦੇ ਵਿੱਚ ਹੀ ਸੀ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹਦੀ ਰੈਗੂਲਰ ਜਿਹੜੀ ਡਿਵੈਲਪਮੈਂਟ ਹੈ ਜਾਂ ਐਵੋਲਿਊਸ਼ਨ ਹੈ ਇਹਦਾ, ਉਹ ਹੁੰਦਾ ਗਿਆ। ਜਿਵੇਂ ਮੈਂ ਗੱਲ ਕੀਤੀ ਸੀ ਗੱਡਿਆਂ ਤੋਂ ਲੈ ਕੇ ਹੌਲੀ ਫਿਰ ਲਾਈਟਾਂ ਮਿਲਣ ਲੱਗ ਗਈਆਂ, ਲਾਈਟਾਂ ਦੇ ਅੰਦਰ ਫਿਰ
ਇੰਫਰਾਸਟ੍ਰਕਚਰ ਮਿਲਿਆ। ਇੰਫਰਾਸਟ੍ਰਕਚਰ ਮਿਲਿਆ, ਉਹਨੂੰ ਹੋਰ ਜ਼ਿਆਦਾ ਨੈਚੁਰਲ ਬਣਾਉਣ ਲਈ ਕਈ ਕੁਛ ਘੜਿਆ ਗਿਆ ਅਤੇ ਇਸ ਤਰ੍ਹਾਂ ਕਰਕੇ। ਪਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਸਾਡੇ ਨਾਟਕ ਦੇ ਵਿੱਚ, ਜਿਵੇਂ ਤੁਸੀਂ ਨੋਰਾ ਰਿਚਰਡ ਦੀ ਗੱਲ ਕੀਤੀ ਹੈ, ਮੇਰੇ ਗਰੁੱਪ ਦਾ ਨਾਮ ਵੀ ਨੋਰਾ ਰਿਚਰਡ ਰੰਗਮੰਚ ਹੈ। ਮੈਂ 1971 'ਚ ਜਦੋਂ ਉਹਨਾਂ ਦੀ ਡੈਥ ਹੋਈ ਹੈ ਅਤੇ ਉਦੋਂ ਹੀ ਮੈਂ ਉਹਨਾਂ ਦੇ ਨਾਮ ਸਮਰਪਣ ਸ਼ਰਧਾਂਜਲੀ ਦੇ ਤੌਰ ਤੇ। ਜੀ। ਅਤੇ ਉਹ ਜਿਹੜਾ ਸਾਰਾ ਕੁਛ ਹੋਇਆ ਨਾਟਕ ਦੇ ਇਹਦੇ ਅੰਦਰ ਡਿਵੈਲਪਮੈਂਟ ਹੋਈ ਨੋਰਾ ਤੋਂ ਲੈ ਕੇ, ਕਿਉਂਕਿ ਜਿਸ ਤਰ੍ਹਾਂ ਅਸੀਂ ਕਰਦੇ ਸੀ ਈਸ਼ਵਰ ਚੰਦਰ ਨੰਦਾ ਵਗੈਰਾ, ਉਹ ਵੀ ਅੰਗਰੇਜ਼ੀ ਦੇ ਨਾਟਕ ਖੇਡਿਆ ਕਰਦੇ ਸੀ। ਉਹਨੇ ਕਿਹਾ ਕਿ ਤੁਹਾਡੀ ਇੰਨਾ ਅੱਛਾ ਕਲਚਰ ਹੈ, ਇੰਨਾ ਉਹ ਹੈ। ਸੀ ਵਾਸ ਆਇਰਿਸ਼ ਲੇਡੀ, ਉਹ ਨਹੀਂ ਸੀ ਪ੍ਰਭਾਵਿਤ ਇੰਗਲਿਸ਼ ਉਸ ਤੋਂ ਸਭਿਅਤਾ ਤੋਂ ਬਹੁਤ ਹੀ। ਉਹ ਕਹਿੰਦੇ ਸਾਡਾ ਤੁਸੀਂ ਉੱਦਾਂ ਕਿਉਂ ਨਹੀਂ ਕਰਦੇ, ਤੁਸੀਂ ਆਪਣਾ ਕਿਉਂ ਨਹੀਂ ਤੁਹਾਡੇ ਕੋਲ ਆਪਣੀ ਭਾਸ਼ਾ, ਉਹਨੇ ਪ੍ਰੇਰਿਆ ਮਾਧਿਅਮ ਹੈ ਜੀ, ਉਹਨੇ ਪ੍ਰੇਰਿਆ, ਉਹਨੇ ਅਸੀਂ ਕਰਨਾ। ਉਸ ਤੋਂ ਨੋਰਾ ਤੋਂ ਲੈ ਕੇ ਅੱਗੇ ਜਿਹੜੀ ਡਿਵੈਲਪਮੈਂਟ ਹੋਈ, ਜਿਹੜੇ ਸਾਡੇ ਬਾਹਰੋਂ ਆਉਂਦੇ ਹੋਏ, ਜਿਵੇਂ ਟੈਗੋਰ ਥੀਏਟਰ ਬਣ ਗਿਆ, ਇੱਥੇ ਬਹੁਤ ਸਾਰੇ ਲੋਕ ਦੇਖਣ, ਦੂਰੋਂ ਵੀ ਦੇਖਣ ਆਉਂਦੇ ਸੀ। ਇੱਥੇ ਮੈਂ ਆਪ ਦੇਖਿਆ ਕਿ ਇੱਥੇ ਰਸ਼ੀਅਨ ਪਲੇਸ ਵੀ ਹੋਏ, ਵੱਡੇ ਬਹੁਤ ਵੱਡੇ ਪਲੇ ਹੋਏ, ਫਰਾਂਸ ਤੋਂ ਵੀ ਆਏ, ਇਟਾਲੀਅਨ ਤੋਂ, ਬਹੁਤ ਸਾਰੇ ਲੋਕਾਂ ਦੇ ਇੱਥੇ। ਉਹਨਾਂ 'ਚੋਂ ਜਿਹੜੀ ਟੈਕਨੀਕ ਸੀ ਉਹ ਸਾਡੇ ਲੋਕਾਂ ਨੇ ਸਿੱਖੀ, ਥੋੜ੍ਹੀ ਉਹਦੇ ਵਿੱਚ ਵੱਧਦੀ ਗਈ, ਹੌਲੀ ਡਿਵੈਲਪਮੈਂਟ ਹੋਈ। ਹਾਂ, ਨੈਸ਼ਨਲ ਸੁਪਰ ਡਰਾਮਾ ਨੇ ਵੀ ਹਿੱਸਾ ਪਾਇਆ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਬੰਦੇ ਕੋਈ ਬਾਹਰੋਂ ਆਏ ਸੀ, ਜਿਵੇਂ ਤੁਸੀਂ ਅਬਰਾਹਮ ਅਲਕਾਜ਼ੀ ਦਾ ਨਾਮ ਲੈ ਸਕਦੇ ਹੋ। ਉਹਨਾਂ ਨੇ ਬਾਹਰ ਸਿੱਖਿਆ, ਉਦੋਂ ਉਹਦੀ ਬੇਟੀ ਨੇ ਵੀ ਬਾਹਰ ਸਿੱਖਿਆ। ਸਾਡੇ ਬੜੇ ਅੱਛੇ, ਮੈਨੂੰ ਵੀ ਉਹਦੀ ਕਾਫੀ ਮਦਦ ਕੀਤੀ। ਅਬਰਾਹਮ ਮੇਰੀ ਆਪਣੀ ਮਾਲ ਘਰੇ ਆਉਂਦੀ ਸੀ। ਔਰ ਜਿਹੜਾ ਮੇਰਾ ਸੂਰਜ ਦਾ ਕਤਲ ਨਾਟਕ ਹੈ, ਇਹ ਉਹਦੀ ਉਪਜ ਹੈ। ਮੈਨੂੰ ਕਹਾਣੀ ਸੁਣਾਈ, ਮੈਂ ਉਹਨੂੰ ਸੂਰਜ ਦਾ ਕਤਲ, ਉਹ ਮੈਂ ਜਿਹੜਾ ਬ੍ਰੈਕਸੀਅਨ ਥਿਊਰੀ ਦੇ ਉੱਪਰੋਂ ਕੰਮ ਕਰਕੇ ਆਈ ਸੀ, ਉਹ ਤੇ ਉਹਦਾ ਹਸਬੈਂਡ ਨਿਸਾਰ। ਅਤੇ ਉਹ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਇੱਦਾਂ ਨਾ ਮੈਨੂੰ ਲੱਗਦਾ ਵੀ ਇਹ ਨਾਟਕ ਆਮ ਨਾਟਕਾਂ ਵਰਗਾ ਨਹੀਂ ਹੋਣਾ ਚਾਹੀਦਾ, ਉਹ 'ਚ ਨਹੀਂ ਸਮਾਉਂਦਾ ਇਹ, ਅਤੇ ਮੈਂ ਚਾਹੁੰਦਾ ਕਿ ਇਹ ਬ੍ਰੈਕਸੀਅਨ ਉਸ ਵਿੱਚ ਸਮੋ ਸਕਦਾ। ਅਤੇ ਉਹਨੇ ਮੈਨੂੰ ਸਾਰੀ ਕਹਾਣੀ ਸੁਣਾਈ। ਮੈਨੂੰ ਕਹਿੰਦੇ ਦੇਖਦਾ ਕਿ ਲਿਖਦੇ, ਅਤੇ ਮੈਂ ਉਸੇ ਤਰ੍ਹਾਂ ਬ੍ਰੈਕਸੀਅਨ ਸਟਾਈਲ ਦੇ ਵਿੱਚ ਜਿਵੇਂ ਗੀਤ ਪਾਏ, ਉਸ ਤਰ੍ਹਾਂ ਸਾਰਾ ਉੱਤੇ ਉਹ ਮਤਲਬ ਉਹਦੀ ਰਚਨਾ ਕੀਤੀ। ਇਹਦੀ ਸਭ ਤੋਂ ਬਹੁਤ ਵੱਡੀ ਪ੍ਰੋਡਕਸ਼ਨ, 3 ਦਿਨ ਹਾਲ ਖਾਲੀ ਨਹੀਂ ਹੋਇਆ ਉੱਥੇ ਬੰਬੇ ਦੇ ਵਿੱਚ, ਜਿਸ ਬੰਦੇ ਨੇ ਖੇਡ ਉੱਥੇ ਪ੍ਰੋਡਕਸ਼ਨ ਕੀਤੀ। ਮੈਨੂੰ ਹਜ਼ੂਰ ਸਾਹਿਬ ਵੀ, ਹੋਰ ਕਈ ਥਾਵਾਂ ਦੇ ਉੱਪਰ ਇੰਡੀਆ ਦਾ ਥਾਵਾਂ ਦੀ ਖੇਡਣ ਦਾ ਮੌਕਾ ਮਿਲਿਆ, ਇੱਥੇ ਵੀ ਕੀਤਾ। ਅਤੇ ਇਸ ਨੇ ਤਾਂ ਮੈਨੂੰ ਇੱਕ ਵਾਰੀ ਮੈਨੂੰ ਅਰੈਸਟ ਵੀ ਕਰਾਤਾ ਸੀ, ਲਗਭਗ ਐਮਰਜੈਂਸੀ ਦੇ ਦੌਰਾਨ। ਮੈਂ ਟੈਗੋਰ ਤੇ ਉੱਥੇ ਖੇਡ ਰਿਹਾ ਸੀਗਾ ਹਰਿਆਣੇ 'ਚ, ਅਤੇ ਇਹਦੇ ਵਿੱਚ ਜਦੋਂ ਟੈਗੋਰ ਥੀਏਟਰ ਦੇ ਵਿੱਚ ਲਿਖਿਆ ਇੰਡੀਅਨ ਐਕਸਪ੍ਰੈਸ ਨੇ ਕਿ ਆਪਣੇ ਸਮੇਂ ਦਾ ਨਹੀਂ, ਸਿਰਫ ਇਹ ਅੱਜ ਦੇ ਸਮੇਂ ਨੂੰ ਵੀ ਢੁਕਦਾ ਹੈ, ਔਰੰਗਜ਼ੇਬ ਦੀ ਪਾਲਿਸੀ ਜੋ ਉਹਨੂੰ ਦਿਖਦਾ ਇਟਸ ਅ ਮੋਸਟ ਬਲੈਟੈਂਟ ਪਲੇ ਔਰ ਐਮਰਜੈਂਸੀ। ਅਤੇ ਉਹ ਮੈਨੂੰ ਬਿਨਾਂ ਨੋਟਿਸ ਹੀ ਉੱਥੇ ਅਰੈਸਟ ਕਰਨ ਆ ਗਏ। ਮੈਂ ਨਾਟਕ ਖੇਡ ਚੁੱਕਿਆ ਸੀ, ਅੱਗੇ ਮੇਰੇ 9 ਸ਼ੋਅ ਸੀ, ਉਹਨਾਂ ਨੇ ਕਰਨ ਦੇ। ਸੋ ਮੈਂ ਗੱਲ ਕਰ ਰਿਹਾ ਕਿ ਜਿਹੜੀ ਟੈਕਨੀਕ ਹੈ, ਟੈਕਨੀਕ ਦੇ ਅੰਦਰ ਬਹੁਤ ਦਮ ਹੁੰਦਾ, ਸਾਨੂੰ ਸਿੱਖਣੀ ਚਾਹੀਦੀ ਹੈ, ਇੱਕ ਦੂਜੇ ਤੋਂ ਸਿੱਖਣੀ ਚਾਹੀਦੀ ਹੈ। ਔਰ ਜੇ ਇਪਟਾ ਮੂਵਮੈਂਟ ਦੇ ਵਿੱਚ ਵੀ ਉਹਨਾਂ ਲੋਕਾਂ ਨੇ ਜੇ ਸਿੱਖਿਆ, ਦੀ ਡਿਵੈਲਪਮੈਂਟ ਹੋਈ, ਤਾਂ ਉਹ ਟੈਕਨੀਕ ਸਿੱਖਣ ਕਰਕੇ। ਪਰ ਜਿਵੇਂ ਤੁਸੀਂ ਇਪਟਾ ਮੂਵਮੈਂਟ ਦੀ ਗੱਲ ਕੀਤੀ ਹੈ, ਜਿਹੜਾ ਮੂਵਮੈਂਟ ਹੈ ਇਟਸੈਲਫ ਇੱਕ ਆਪਣੇ ਆਪ 'ਚ ਇੱਕ ਪੂਰਕ ਸ਼ਬਦ ਹੈ, ਕਿਉਂਕਿ ਅੰਦੋਲਨ ਇੱਕ ਤੇ ਰੈਵੋਲੂਸ਼ਨ ਇੱਕ ਦੂਜੇ ਨਾਲ ਕਾਫੀ ਜੁੜੇ ਹੋਏ ਨੇ। ਪੰਜਾਬ 'ਚ ਤੁਹਾਡੇ ਵੱਲੋਂ ਵੀ, ਤੁਹਾਡੇ ਕੰਟੈਂਪਰੇਰੀ ਨਾਟਕਕਾਰਾਂ ਵੱਲੋਂ ਵੀ ਕਾਫੀ ਰੈਵੋਲੂਸ਼ਨਰੀ ਨਾਟਕ ਮੁੱਦਿਆਂ ਤੇ ਆਧਾਰਿਤ ਲਿਖੇ ਗਏ। ਮੈਂ ਸ਼ਹੀਦ ਭਗਤ ਸਿੰਘ ਦੀ ਗੱਲ ਕਰਦਾ ਜੀ। ਭਗਤ ਸਿੰਘ ਦੀ ਸ਼ਹਾਦਤ ਨੂੰ ਅੱਜ ਲਗਭਗ 90 ਸਾਲ ਹੋ ਗਏ ਨੇ। ਭਗਤ ਸਿੰਘ ਦੇ ਬਹੁਤ ਕੁਝ ਲਿਖਿਆ ਗਿਆ, ਬਹੁਤ ਕੁਝ ਕਿਹਾ ਗਿਆ, ਬਹੁਤ ਕੁਝ ਦਸਤਾਵੇਜ਼ੀ ਰੂਪ ਦੇ ਵਿੱਚ ਵੀ ਸਾਡੇ 'ਚ ਮੌਜੂਦ ਹੈ ਜੀ। 23 ਮਾਰਚ, ਹਰ ਸਾਲ 23 ਮਾਰਚ ਨੂੰ ਭਗਤ ਸਿੰਘ ਸਾਡੇ ਸਾਹਮਣੇ ਇੱਕ ਵੱਖਰੇ ਰੂਪ 'ਚ ਆਉਂਦਾ ਹੈ, ਤੇ ਇੰਝ ਲੱਗਦਾ ਹੈ ਕਿ ਹਰ ਘਰ ਵਿੱਚ ਭਗਤ ਸਿੰਘ ਹੈ। ਪਰ 364 ਦਿਨ ਫਿਰ ਉਹ ਪੀਲੀ ਪੱਗ ਇੱਕ ਸੰਦੂਕ 'ਚ ਰੱਖ ਲਈ ਜਾਂਦੀ ਹੈ, ਤਾਂ ਕਿ ਉਹ ਅਗਲੀ ਵਾਰੀ ਡਰਾਈ ਕਲੀਨ ਕਰਕੇ ਦੁਬਾਰਾ ਬੰਨ੍ਹ ਲਈ ਜਾਵੇ। ਛਿਪਣ ਤੋਂ ਪਹਿਲਾਂ ਤੁਹਾਡਾ ਇੱਕ ਐਸਾ ਨਾਟਕ ਹੈ, ਪੰਜਾਬੀ ਰੰਗਮੰਚ ਵਿੱਚ ਇੱਕ ਐਸਾ ਮੀਲ ਪੱਥਰ ਹੈ, ਜਿਹੜਾ ਭਗਤ ਸਿੰਘ ਦੀ ਸੋਚ ਨੂੰ, ਭਗਤ ਸਿੰਘ ਦੇ ਫਲਸਫੇ ਨੂੰ, ਭਗਤ ਸਿੰਘ ਦੀਆਂ ਕਈਆਂ ਗੱਲਾਂ ਨੂੰ, ਭਗਤ ਸਿੰਘ ਦੇ ਉਸ ਵੇਲੇ ਦੇ ਕੀਤੇ ਹੋਏ ਤਹਈਏ ਨੂੰ ਖੂਬ ਪ੍ਰਗਟ ਕਰਨ ਦੇ ਸਮਰੱਥ ਹੈ। ਇਹ ਛਿਪਣ ਤੋਂ ਪਹਿਲਾਂ ਨਾਟਕ ਤੁਸੀਂ ਕਿਵੇਂ, ਉਹਦੀ ਤੁਹਾਨੂੰ ਪ੍ਰੇਰਨਾ ਮਿਲੀ, ਕੀ ਸੋਚਿਆ, ਜਾਂ ਕਿਸੇ ਮੌਕੇ ਵਿਸ਼ੇਸ਼ ਵਾਸਤੇ ਲਿਖਿਆ ਗਿਆ, ਜਾਂ ਤੁਹਾਡੇ ਅੰਦਰ ਉਹਦੀ ਇੱਕ ਭਾਵਨਾ ਪ੍ਰਬਲ ਸੀ, ਉਹਦੇ ਬਾਰੇ ਤੁਸੀਂ ਜ਼ਰੂਰ ਕੁਝ ਚਾਨਣਾ ਪਾਓ। ਤੁਸੀਂ ਠੀਕ ਕਹਿ ਰਹੇ ਹੋ, ਬੜਾ ਮਕਬੂਲ ਪਲੇ ਹੋਇਆ ਹੈ। ਹੁਣੇ ਤੁਹਾਡੇ ਆਉਣ ਤੋਂ ਕੁਝ ਦੇਰ ਪਹਿਲਾਂ ਇੱਕ ਮੈਨੂੰ ਕੁੜੀ ਦਾ ਟੈਲੀਫੋਨ ਆਇਆ, ਉਹ ਗਾਂ ਕਿਸੇ ਹੋਰ ਸਟੇਟ ਦੇ ਰਾਈਟਰ ਦੇ ਨਾਲ ਜੁੜੀ ਹੋਈ ਸੀ। ਉਹ ਕਹਿੰਦੀ ਮੈਂ ਹਿੰਦੀ 'ਚ ਟ੍ਰਾਂਸਲੇਟ ਕਰਕੇ ਉਹਨੂੰ ਦਿੱਤਾ, ਉਹਨਾਂ ਨੂੰ ਅੱਗੇ ਮਰਾਠੀ 'ਚ ਟ੍ਰਾਂਸਲੇਟ ਕਰ ਰਹੇ ਨੇ ਉਹ।
ਤੇ ਤੁਸੀਂ ਕੋਈ ਰਾਇਲਟੀ ਜਾਂ ਕੁਛ? ਮੈਂ ਕਿਹਾ ਨਹੀਂ, ਮੈਂ ਭਗਤ ਸਿੰਘ ਦੇ ਨਾਟਕ ਦੀ ਕੋਈ ਰਾਇਲਟੀ ਨਹੀਂ ਲਈ। ਮੈਂ ਨਹੀਂ ਚਾਹੁੰਦਾ ਕੋਈ ਰਾਇਲਟੀ ਦੇ ਉੱਤੇ ਲੈਣਾ। ਜਿਸ ਬੰਦੇ ਨੇ ਖੋਜ ਦੇ ਕੇ ਇਹਨੂੰ ਪੈਦਾ ਕੀਤਾ ਹੋਵੇ ਇਸ ਹਿਸਟਰੀ ਨੂੰ, ਉਹ ਤੁਸੀਂ ਕਿਸ ਤਰ੍ਹਾਂ ਲੈ ਸਕਦੇ ਆ ਰਾਇਲਟੀ? ਸੋ ਲਾਈਕ ਦੈਟ ਮੈਂ ਬਹੁਤ ਭਾਵੁਕ ਹਾਂ ਭਗਤ ਸਿੰਘ ਬਾਰੇ। ਬਚਪਨ 'ਚ ਇੱਕ ਵਾਰੀ ਫਿਲਮ ਦੇਖੀ ਸੀ ਜੈਰਾਜ ਦਾ, ਉਹਦੇ ਵਿੱਚ ਹੀਰੋ ਸੀਗਾ, ਪਹਿਲੀ ਬਹੁਤ ਪੁਰਾਣੀ, ਕਿਸੇ ਨੂੰ ਯਾਦ ਵੀ ਨਹੀਂ ਹੋਣੀ ਕਿ ਭਗਤ ਸਿੰਘ ਦੇ ਉੱਤੇ ਫਿਲਮ ਸੀ। ਕਿਸੇ ਕੌਮਬੀਟ ਸਾਥੀ ਨੇ ਲਿਜਾ ਕੇ ਮੈਨੂੰ ਦਿਖਾਤੀ ਸੀ। ਉਹ ਮੈਂ ਬੱਚਾ ਸੀ ਜਦੋਂ ਉਹ ਵੱਡਾ ਸੀ, ਤੇ ਉਹ ਮੇਰੇ ਜ਼ਿਹਨ ਦੇ ਵਿੱਚ ਬੈਠੀ ਰਹਿੰਦੀ ਸੀਗੀ ਭਗਤ ਸਿੰਘ ਬਾਰੇ। ਥੋੜੀ ਜਿਹੀ ਜਿੰਨੀ ਕੁ ਉਹਦੇ ਵਿੱਚੋਂ ਮਦਦ ਮਿਲੀ। ਤੇ ਉਦੋਂ ਬਾਅਦ ਮੈਨੂੰ ਭਗਤ ਸਿੰਘ ਦੀ ਮਾਂ ਨਾਲ ਮਿਲਣ ਦਾ ਮੌਕਾ ਮਿਲਿਆ ਅੰਮ੍ਰਿਤਸਰ 3-4 ਵਾਰ। ਮੈਂ ਇਹੀ ਜਗ੍ਹਾ ਰਹਿ ਰਿਹਾ ਸੀ, ਵਿਦਿਆਵਤੀ। ਹਾਂਜੀ, ਰਿਸ਼ਤੇਦਾਰ, ਐਸੇ ਰਿਸ਼ਤੇਦਾਰ ਦੇ ਰਹਿ ਰਿਹਾ ਸੀ। ਆਰਥੋਪੈਡਿਕ ਸਰਜਨ ਸੀ ਉਹ, ਹਿੰਦੁਸਤਾਨ ਦਾ ਪਹਿਲਾ ਬੰਦਾ ਸੀ ਜਿਹੜਾ ਮਾਰੂ ਸਰਜਰੀ ਤੇ ਉਹ ਕਰਕੇ ਆਇਆ ਸੀ। ਡਾਕਟਰ ਸ਼ਰਨ ਸਿੰਘ ਦੇ ਵਾਲਾ ਸੁਣਿਆ ਹੋਣਾ ਕਿਸੇ ਨੇ। ਉੱਥੇ ਮੈਂ, ਮੇਰਾ ਫੁੱਫੜ ਸੀ, ਉਹ ਭੂਆ ਦੇ ਘਰ ਰਹਿ ਰਿਹਾ ਸੀ ਮੈਂ, ਤੇ ਉੱਥੇ ਉਹ 3-4 ਵਾਰੀ ਆਉਣ ਦਾ ਮੌਕਾ ਮਿਲਿਆ ਕਿ ਉਹ ਭਗਤ ਸਿੰਘ ਬਾਰੇ ਕਾਫੀ ਪ੍ਰੇਰਿਤ ਸੀ। ਮੈਂ ਉਹਨਾਂ ਨੂੰ ਬੱਚਿਆਂ ਵਾਂਗੂ ਬੜੇ ਕੁਐਸਚਨ ਕਰਦਾ ਸੀ। ਉਹਨਾਂ ਨੇ ਬੜਾ ਕੁਛ ਮੈਨੂੰ ਇਹਦੇ ਬਾਰੇ ਦੱਸਿਆ, ਬਹੁਤ ਕੁਛ ਦੱਸਿਆ, ਮੇਰੇ ਜ਼ਿਹਨ 'ਚੋਂ ਸੀ। ਦੂਸਰਾ ਜਦੋਂ ਹੋਇਆ ਕਿ ਉਹਦੇ ਭਤੀਜੀ ਨੇ, ਵਰਿੰਦਰ ਨੇ, ਆਪਣਾ ਜਿਹੜੀ ਇੰਗਲੈਂਡ 'ਚ ਰਹਿੰਦੀ ਹੈ, ਉਸਨੇ ਇੱਕ ਕਿਤਾਬ ਲਿਖੀ ਭਗਤ ਸਿੰਘ ਅਤੇ ਉਹਨਾਂ ਦੇ ਬਜ਼ੁਰਗ, ਉੱਥੋਂ ਵੀ ਮੈਨੂੰ ਕਾਫੀ ਮਿਲਿਆ। ਪਰ ਉੱਦਾਂ ਮੇਰੇ ਅੰਦਰ ਸੀ ਸਭ ਕੁਛ, ਪਰ ਮੈਂ ਨਾਟਕ ਲਿਖਣ ਦਾ ਕਦੇ ਵੀ ਉਪਰਾਲਾ ਜਾਂ ਸੋਚਿਆ ਵੀ ਨਹੀਂ ਸੀ। ਹੋਇਆ ਹੈ ਕਿ 1981 ਦੇ ਵਿੱਚ ਅਸੀਂ ਨਾਟਕ ਜ਼ਫਰਨਾਮਾ ਤੇ ਰਾਣੀ ਜਿੰਦਾ ਲੈ ਕੇ ਜਾ ਰਹੇ ਸੀ ਅਮਰੀਕਾ ਤੇ ਕੈਨੇਡਾ ਦੀ। ਉੱਥੋਂ ਦੇ ਕੁਛ ਗਾਹਾਂ-ਬਦੂ ਲੋਕਾਂ ਨੇ ਕਿਹਾ ਕਿ ਸਾਨੂੰ ਭਗਤ ਸਿੰਘ ਤੇ ਨਾਟਕ ਚਾਹੀਦਾ। ਅਮਰੀਕਾ 'ਚ, ਕੈਨੇਡਾ 'ਚ ਵੀ, ਅਮਰੀਕਾ 'ਚ, ਹਾਂ ਅਮਰੀਕਾ ਵਾਲੇ ਉਹਨਾਂ ਨੇ ਕਿਹਾ ਕਿ ਸਾਨੂੰ ਚਾਹੀਦਾ ਨਾਟਕ ਦੇ ਉੱਪਰ, ਉਹ ਲੈ ਕੇ ਆਓ ਨਾਲ, ਤੇ ਨਹੀਂ ਤਾਂ ਨਾ ਆਇਓ। ਇਹ ਵੀ ਕਹਿੰਦਾ ਜਦੋਂ ਕਿ ਟਿਕਟਾਂ ਬੁੱਕ ਹੋ ਚੁੱਕੀਆਂ, ਸਾਰਾ ਕੁਛ ਹੋ ਗਿਆ। ਮਿਸਟਰ ਭੱਟੀ ਇੱਥੇ ਹੁੰਦੇ ਸੀਗੇ, ਇੱਕ ਪ੍ਰੋਡਕਟਸ ਬੰਦਾ ਸੀ ਕਾਫੀ, ਉਹਨਾਂ ਨੇ ਵੀ, ਉਹ ਕਹਿੰਦੇ ਵੀ ਹੁਣ ਕੀ ਕਰੀਏ। ਉਹਨੇ ਕਿਹਾ ਜੀ ਅਸੀਂ ਲੈ ਆਉਣਾ। ਮੈਨੂੰ ਕਹਿੰਦੇ ਡਾਕਟਰ ਹਰਚੰਦ ਸਿੰਘ ਦਾ ਬੁਲਾਵਾ ਲਿਆਓ। ਉਹਨਾਂ ਨੇ ਕਿਹਾ ਅਸੀਂ ਨਹੀਂ ਕੋਈ ਨਾਟਕ ਹੋਰ ਦੇਖਣਾ, ਅਸੀਂ ਸਾਰੇ ਦੇਖੇ ਹੋਏ ਨੇ, ਖੇਡ ਅਸੀਂ ਪੜ੍ਹੇ ਹੋਏ ਨੇ, ਸਾਨੂੰ ਉਚੇਚਾ ਕੋਈ ਨਾਟਕ ਭਗਤ ਸਿੰਘ ਬਾਰੇ ਅਸਲੀ ਨਾਟਕ ਚਾਹੀਦਾ। ਹੁਣ ਅਸਲੀ ਨਾਟਕ ਕੌਣ ਪੈਦਾ ਕਰੇ? ਕੋਈ ਅਸਲੀ ਉਸਲੀ ਦਾ ਪਤਾ ਨਹੀਂ ਸੀ ਅਸਲੀ ਹੁੰਦਾ ਕੀ। ਤੇ ਮੈਨੂੰ ਕਹਿੰਦਾ ਵੀ ਦਵਾਂ ਨੂੰ ਤੂੰ ਇੱਧਰੋਂ ਉੱਧਰੋਂ ਕਰਕੇ ਸਾਗਰ ਸਰਦੀ ਦਾ ਚੱਕ, ਇੱਧਰੋਂ ਚੱਕ, ਉਹ ਕਰ। ਤੇ ਮੇਰੇ ਜ਼ਿਹਨ 'ਚ ਆਇਆ ਕਿ ਮੇਰੇ ਅੰਦਰ ਭਗਤ ਸਿੰਘ ਬਾਰੇ ਬਹੁਤ ਕੁਛ ਹੈ, ਕਿਉਂ ਨਹੀਂ ਮੈਂ ਇਹਨੂੰ ਇੱਕ ਨਵੀਂ ਫਾਰਮ ਦੇ ਵਿੱਚ ਉਹ ਕਰ ਲੈਂਦਾ। ਉਹ ਕਹਿੰਦਾ ਚਾਹੇ ਘੰਟੇ ਕੁ ਦਾ ਹੀ ਹੋਵੇ, ਆਪਾਂ ਤਾਂ ਉਹਨਾਂ ਦਾ ਕੋਈ ਪੂਰੀ ਮੰਗ ਪੂਰੀ ਕਰਨੀ ਹੈ। ਸੱਚੀ ਗੱਲ ਹੈ, ਮੈਂ ਨਾਟਕ ਲਿਖਿਆ ਨਹੀਂ, ਮੈਂ ਨਾਟਕ 'ਚ ਰੀਟਿਆ। ਲੇਕਿਨ ਜੋ ਰਹਿਣ ਦੇ ਨੇੜੇ ਹੁੰਦੀਆਂ ਨਾ, ਉਹ ਝਰੀਟ ਕੇ ਵੀ ਮੇਲ ਪੱਤਰ ਬਣ ਜਾਂਦੀਆਂ ਨੇ। ਤੇ ਝਰੀਟਿਆ ਉਹ ਨਾਟਕ, ਤੇ ਤੁਸੀਂ ਹੈਰਾਨ ਮੰਨੋਗੇ ਕਿ ਉੱਥੇ ਸਿਰਫ ਇੱਕ ਰਿਹਰਸਲ ਹੀ ਦੇਖੀ ਕੁਝ ਲੋਕਾਂ ਨੇ, ਉਹ ਨਾਟਕ ਉੱਥੇ ਹੋਇਆ ਹੀ ਨਹੀਂ, ਜਦੋਂ ਕਿ ਉਹਦੀ ਇੰਨੀ ਡਿਮਾਂਡ ਸੀ। ਹੁਣ ਤਾਂ ਉਹ ਸਾਰੇ ਹੋ ਰਹੇ ਉੱਥੇ, ਹੁਣ ਵੀ ਖੇਡਿਆ ਜਾ ਰਿਹਾ। ਜਿਸ ਮੌਕੇ ਵਾਸਤੇ ਲਿਖਿਆ ਗਿਆ ਸੀ ਉੱਥੇ ਉਹ ਨਹੀਂ ਹੋਇਆ। ਹੁਣ ਤਾਂ ਹਿੰਦੀ 'ਚ ਟ੍ਰਾਂਸਲੇਟ ਹੋ ਗਿਆ, ਵਾਸ਼ਿੰਗਟਨ 'ਚ ਪਿੱਛੇ। ਸੋ ਉਹ ਕਰਦਿਆਂ ਕਰਾਉਂਦਿਆਂ ਜਿਹੜਾ ਆਪਣਾ ਕੀ ਕਹਿੰਦੇ ਨਾਟਕ ਸੀ, ਉਹ ਮੈਂ ਉਹਨੂੰ ਝਰੀਟਤਾ। ਤੇ ਮੈਨੂੰ ਲੱਗਿਆ ਕਿ ਇਹਨੂੰ ਇੱਕ ਬਹੁਤ ਹੀ ਵੱਡੇ ਖਿਲਾਰ 'ਚ ਨਾ ਪਾਇਆ ਜਾਵੇ ਕਿ ਭਗਤ ਸਿੰਘ ਨੂੰ ਫਾਂਸੀ ਹੋ ਚੁੱਕੀ ਹੈ, ਉਹ ਕੋਠੜੀ 'ਚ ਪਹੁੰਚਿਆ। ਮੈਂ ਕੋਠੀ ਤੋਂ ਲੈ ਕੇ ਉਹਦੇ ਜਾਣ ਤੱਕ ਦਾ ਸਫ਼ਰ ਹੈ। ਤੇ ਉਹਦੇ ਵਿੱਚ ਮੈਂ ਲੋਕ ਆਵਾਜ਼ ਵਜੋਂ, ਆਮ ਲੋਕਾਂ ਵੱਲੋਂ ਇੱਕ ਭੰਗੀ ਕਰੈਕਟਰ ਕ੍ਰੀਏਟ ਕੀਤਾ, ਜਿਹੜਾ ਬਿਲਕੁਲ ਵੀ ਇੱਕ ਕਲਪਤ ਕਰੈਕਟਰ ਹੈ, ਜਿਹੜਾ ਬਿਲਕੁਲ ਵੀ ਇਤਿਹਾਸਕ ਕਰੈਕਟਰ ਨਹੀਂ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਉਹ ਇਤਿਹਾਸ ਦੀਆਂ ਕਿਤਾਬਾਂ 'ਚ ਵੜ ਗਿਆ। ਮੌਫਿਨ ਨਾਂ ਦਾ ਇੱਕ ਇੰਗਲੈਂਡ ਦੇ ਵਿੱਚ ਪੜ੍ਹਾਉਂਦਾ ਹੈ, ਉਹਨੇ ਵੀ ਇਹਦਾ ਜ਼ਿਕਰ ਉਹਦੇ ਵਿੱਚ ਕੀਤਾ ਹੋਇਆ। ਮਤਲਬ ਕਮਾਲ ਹੈ, ਮਤਲਬ ਉਹ ਐਸਾ ਉਹ ਚਿੰਬੜਿਆ। ਬਹੁਤ ਸਾਰੇ ਇਤਿਹਾਸਕਾਰਾਂ ਨੇ ਉਹਨੂੰ ਆਪਣੇ ਉਹਦੇ ਵਿੱਚ ਲਿਖਿਆ ਕਿ ਦਬੋਗਾ ਸੀਗਾ, ਜਸਟੀਫਾਈ ਕਰ ਰਹੀ ਭਗਤ ਸਿੰਘ ਦੇ ਵਿਚਾਰ ਹੇਠਲੀ ਸ਼੍ਰੇਣੀ ਲਈ ਕੀ ਸੀਗੇ ਭਗਤ ਸਿੰਘ ਦੇ ਲੋਕ, ਉਹਦੇ ਉਦਾਹਰਨ ਬਣਾ ਕੇ ਉਹਨੂੰ ਇੱਕ ਹੈਰਾਨੀ ਦੀ ਗੱਲ। ਸੋ ਇਸ ਤਰ੍ਹਾਂ ਕਰਕੇ ਮੈਂ ਭਗਤ ਸਿੰਘ ਨਾਟਕ ਲਿਖਣ 'ਚ ਜੋ ਮੇਰੇ ਅੰਦਰ ਸੀ, ਜ਼ਿਹਨ 'ਚ ਸੀਗਾ, ਔਰ ਸੱਚੀ ਗੱਲ ਅਜੇ ਵੀ ਕਹਿ ਰਿਹਾ, ਹੁਣ ਮੈਂ ਸੋਚ ਸਮਝ ਕੇ ਇੱਕ ਭਗਤ ਸਿੰਘ ਉਹ 'ਚ ਐਡ ਕੀਤਾ ਹੈ ਭਗਤ ਸਿੰਘ ਦੇ ਫਾਦਰ ਦੀ ਮੁਲਾਕਾਤ, ਜਿਹੜੀ ਉਹਨੂੰ ਸੁਪਨੇ 'ਚ ਆਉਂਦੀ ਹੈ, ਕਿਉਂਕਿ ਅਲਾਊਡ ਨਹੀਂ ਸੀ ਕਿਸ਼ਨ ਸਿੰਘ। ਹਾਂ, ਉਹ ਵੀ ਕਾਹਦੇ ਆਧਾਰ 'ਤੇ, ਜਿਹੜਾ ਉਹਨੇ ਖੱਤ ਲਿਖਿਆ ਸੀ, ਤੇ ਉਹ ਖੱਤ ਨੂੰ ਮੈਂ ਬਣਾ ਕੇ ਸੁਪਨੇ 'ਚ ਆਉਂਦਾ, ਖੱਤ ਪੜ੍ਹਦਾ ਹੈ, ਉਹਨੂੰ ਪਤਾ ਲੱਗਦਾ, ਤੇ ਉਹਨੂੰ ਸੌਣ ਲੱਗਦਾ, ਤੇ ਉਹਨੂੰ ਸੁਪਨੇ ਦੇ ਵਿੱਚ ਨਾ ਪਿਤਾ ਆਉਂਦਾ ਉਹਨੂੰ ਮਿਲ, ਉਹ ਲੜਦਾ ਪਿਤਾ ਨਾਲ, ਕੀ ਕੀਤਾ ਹੈ, ਕੀ ਲਿਖਿਆ, ਉਹ ਇਸ ਤਰ੍ਹਾਂ ਦਾ ਉਹਦੇ ਵਿੱਚ ਹੈਗਾ।
ਹੁਣ ਮੈਂ ਜਿਹੜਾ ਹੁਣ ਖੇਡਣ ਜਾ ਰਿਹਾ ਕੈਲੀਫੋਰਨੀਆ ਦੇ ਅੰਦਰ ਇਸ ਨਾਟਕ ਨੂੰ ਬੜੀ ਡਿਮਾਂਡ ਹੈ ਉੱਥੇ, ਉਹ ਮੈਂ ਹੁਣ ਹੋਰ ਜ਼ਿਆਦਾ ਐਕਸਪੈਂਡ, ਜਿਸ ਮੈਂ ਗਾਂਧੀ ਦਾ ਪਹਿਲਾਂ ਤਾਂ ਥੋੜ੍ਹਾ ਜਿਹਾ ਜ਼ਿਕਰ ਕੀਤਾ ਸੀ, ਹੁਣ ਕਾਫੀ ਸਾਰਾ ਹਿੱਸਾ ਮੁਝ ਇਰਬਨ ਨਾਲ ਜਿਹੜੀ ਮੁਲਾਕਾਤ ਹੈ Lord ਹੋਰ ਕਾਫੀ ਕੁਛ ਉਹਨੂੰ ਕਰਨ ਦੀ ਕੋਸ਼ਿਸ਼ ਦੇ ਵਿੱਚ ਹਾਂਗਾ। ਤੇ ਇਹਦੀ ਡਿਮਾਂਡ ਦਿਨੋਂ ਦਿਨ, ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਹੁਣੇ ਇੱਕ ਕੁੜੀ ਦਾ ਫੋਨ ਆਇਆ ਕਿ ਮੈਂ ਇਹਨੂੰ ਹਿੰਦੀ 'ਚ ਟ੍ਰਾਂਸਲੇਟ ਕਰਕੇ ਮਰਾਠੀ ਵਾਲਿਆਂ ਨੂੰ ਦੇ ਰਹੀ ਹਾਂ, ਉਹ ਕਹਾਂ ਮਰਾਠੀ 'ਚ ਟ੍ਰਾਂਸਲੇਟ ਕਰ ਰਿਹਾ। ਤੇ ਜਦੋਂ ਪੁੱਛਿਆ ਤੇ ਰਾਇਲਟੀ, ਮੈਂ ਕਿਹਾ ਰਾਇਲਟੀ ਭਗਤ ਸਿੰਘ ਦੀ ਕੋਈ ਰਾਇਲਟੀ ਨਹੀਂ ਹੈ। ਭਗਤ ਸਿੰਘ ਲੋਕਾਂ ਤੱਕ ਵੱਧ ਤੋਂ ਵੱਧ ਪਹੁੰਚਣਾ ਹਿੰਦੁਸਤਾਨ ਨੂੰ ਲੋੜ ਹੈ ਇਹਦੀ, ਹਰ ਵਕਤ ਲੋੜ ਹੈ, ਲੋੜ ਰਹੂਗੀ। ਤੁਸੀਂ ਹੁਣੇ ਪੀਲੀ ਪੱਗ ਦੀ ਗੱਲ ਕੀਤੀ ਸੀ, ਭਗਤ ਸਿੰਘ ਨੇ ਜ਼ਿੰਦਗੀ 'ਚ ਕਦੇ ਪੀਲੀ ਪੱਗ ਨਹੀਂ ਬੰਨੀ, ਉਹਦੀ ਚਿੱਟੀ ਪੱਗ ਸੀ, ਤੇ ਜਦੋਂ ਭਗੌੜਾ ਸੀ ਉਹਦੀ ਫਟੀ ਹੋਈ ਹੁੰਦੀ ਸੀ, ਲੀਰੋ ਲੀਰ ਹੋਈ ਹੁੰਦੀ ਸੀ। ਅੱਜ ਉਹਨੂੰ ਕੈਪ ਦੇ ਕੇ, ਟੋਪ ਦੇ ਕੇ, ਕਦੇ ਉਹਨੂੰ ਹਿੰਦੂ ਬਣਾਇਆ ਜਾ ਰਿਹਾ, ਕਦੇ ਉਹਨੂੰ ਨਾਸਤਿਕ ਬਣਾਇਆ ਜਾ ਰਿਹਾ, ਕਦੇ ਆਸਤਿਕ ਬਣਾਇਆ ਜਾ ਰਿਹਾ, ਰੱਬ ਜਾਣੇ ਕੀ ਬਣਾਇਆ ਜਾ ਰਿਹਾ। ਪਲੀਜ਼ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਭਗਤ ਸਿੰਘ ਨੂੰ ਇੱਦਾਂ ਨਾ ਤੋੜੋ ਭੱਜੋ, ਭਗਤ ਸਿੰਘ ਦੀ ਸੋਚ ਨਾਲ ਦਮਨ ਸਾਹਿਬ ਕਹਿੰਦੇ ਕਿ ਕਿਸੇ ਮਾਂ-ਬਾਪ ਵਾਸਤੇ ਇਹ ਕਹਿਣਾ ਬਹੁਤ ਔਖਾ ਹੈ ਕਿ ਉਹਦੀ ਕਿਹੜੀ ਔਲਾਦ ਉਹਨੂੰ ਸਭ ਤੋਂ ਜ਼ਿਆਦਾ ਪਿਆਰੀ ਹੈ। ਇਵੇਂ ਤੁਹਾਡੇ ਨਾਟਕਾਂ ਦੇ ਪ੍ਰਤੀ ਮੈਂ ਪੁੱਛਣਾ ਚਾਹਾਂਗਾ। ਤੁਸੀਂ ਨੇ ਸੂਰਜ ਦਾ ਕਤਲ ਦੀ ਗੱਲ ਕੀਤੀ ਹੈ, ਜ਼ਫਰਨਾਮਾ ਦੀ ਗੱਲ ਕੀਤੀ ਹੈ, ਰਾਣੀ ਜਿੰਦਾਂ ਦੀ ਕੀਤੀ ਹੈ, ਜਾਂ ਮੋਇਆ ਸਾਰਨਾ ਕਾਈ, ਜਾਂ ਇਸ ਤੋਂ ਪਹਿਲਾਂ ਛਿਪਣ ਤੋਂ ਪਹਿਲਾਂ ਤੇ ਆਪਾਂ ਕਾਫੀ ਚਰਚਾ ਕਰ ਚੁੱਕੇ ਹਾਂ। ਤੁਹਾਨੂੰ ਜ਼ਾਤੀ ਤੌਰ ਤੇ ਕਿਹੜਾ ਐਸਾ ਇੱਕ ਨਾਟਕ ਤੁਹਾਨੂੰ ਲੱਗਦਾ ਹੈ ਕਿ ਹਾਂ, ਮੈਂ ਜੋ ਮੈਂ ਚਾਹੁੰਦਾ ਸੀ ਉਹ ਹੂਬਹੂ ਉਹੀ ਹੋਇਆ, ਮੈਨੂੰ ਕਿਤੇ ਕੋਈ ਸਮਝੌਤਾ ਨਹੀਂ ਕਰਨਾ ਪਿਆ ਲੇਖਣੀ ਨਾਲ? ਕੋਈ ਐਸਾ ਕੋਈ ਵਿਸ਼ੇਸ਼ ਕੋਈ ਜ਼ਿਕਰ ਕਰਨਾ ਚਾਹੋਗੇ? ਇਸ ਜਵਾਬ ਤੋਂ ਪਹਿਲਾਂ ਮੈਂ ਥੋੜਾ ਜਿਹਾ ਨਾ ਇੱਕ ਭਗਤ ਸਿੰਘ ਤੇ ਗੱਲ ਕਰੀ ਸੀ, ਥੋੜੀ ਜਿਹੀ ਘਟਨਾ ਯਾਦ ਆ ਗਈ ਹੈ ਜੀ, ਜਿਹਦਾ ਅੱਗੇ ਦੇ ਉੱਤੇ ਮੈਂ ਗੱਲ ਕਰਾਂ। ਹਾਂਜੀ ਹਾਂਜੀ। ਪਿਛਲੇ ਜਨਮ ਦਿਨ ਤੇ ਭਗਤ ਸਿੰਘ ਤੇ ਅਸੀਂ ਕੀ ਕਰ ਰਹੇ ਹਾਂ ਭਗਤ ਸਿੰਘ ਨਾਲ, ਪਿਛਲੇ ਜਨਮ ਦਿਨ ਤੇ ਜਿਹੜਾ ਪਿੱਛੇ ਮਨਾਇਆ ਗਿਆ ਪਿਛਲੇ ਸਾਲ ਸਿਰਸਾ ਯੂਨੀਵਰਸਿਟੀ ਦੇ ਵਿੱਚ ਉੱਥੋਂ ਦੇ ਸਟੂਡੈਂਟਸ ਨੇ ਨਾਟਕ ਖੇਡਣਾ ਚਾਹਿਆ। ਉੱਥੋਂ ਦੇ ਬੰਦੇ ਨੇ 5 ਦਿਨ ਤਾਂ ਉਹ ਸਟੂਡੈਂਟਸ ਨੂੰ ਆਗਿਆ ਨਹੀਂ ਦਿੱਤੀ, ਮਿਲਿਆ ਹੀ ਨਹੀਂ ਉਹਨਾਂ ਨੂੰ ਆਗਿਆ ਦੇਣ ਲਈ। ਫਿਰ ਉਹਨਾਂ ਨੇ ਫੈਸਲਾ ਕਰਿਆ ਕਿ ਆਗਿਆ ਦੇਵੇ ਜਾਂ ਨਾ ਦੇਵੇ, ਅਸੀਂ ਨਾਟਕ, ਇਹੀ ਨਾਟਕ ਛਿਪਣ ਤੋਂ ਪਹਿਲਾਂ ਇਹ ਬਾਕਾਇਦਾ ਮੈਂ ਫੇਸਬੁੱਕ ਤੋਂ ਚੱਕਿਆ ਹੈ, ਕਿਤੋਂ ਪਤਾ ਨਹੀਂ ਕਿੱਥੋਂ ਚੱਕਿਆ ਹੈ ਨਾਟਕ, ਬਾਕਾਇਦਾ ਵਿਜ਼ੂਅਲ ਹੈ ਉਹਦਾ। ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਕਿ ਉਹ ਉਹਨਾਂ ਨੇ ਮਨਾਹੀ, ਇੱਕ ਤਰ੍ਹਾਂ ਦੀ ਮਨਾਹੀ ਸੀ ਇਹ, ਉਹ ਕਹਿੰਦੇ ਵੀ ਅਸੀਂ ਤਾਂ ਖੇਡਾਂਗੇ। ਲੇਕਿਨ ਹੋਇਆ ਕਿ ਉਹ ਉਹਨਾਂ ਨੂੰ ਆਗਿਆ ਨਹੀਂ ਦਿੱਤੀ, ਉਹ ਕਹਿੰਦੇ ਅਸੀਂ ਖੇਡਾਂਗੇ। ਤੇ ਉਹਦੇ ਨਾਲ ਉਹਨਾਂ ਨੇ ਕੀ ਕੀਤਾ, ਜਦੋਂ ਖੇਡਣ ਲੱਗੇ ਪੁਲਿਸ ਭੇਜਤੀ। ਬਾਈ ਚਾਂਸ ਇੱਕ ਉੱਥੇ ਚੈਨਲ ਵੀ ਪਹੁੰਚਿਆ ਹੋਇਆ ਸੀ, ਉਹ ਚੈਨਲ ਨੇ ਸਾਡੀ ਰਿਕਾਰਡਿੰਗ ਕਰ ਲਈ। ਉਹ ਉਹਨਾਂ ਨੇ ਸਟੂਡੈਂਟਸ ਨੇ ਕਿਹਾ ਜੇ ਤੁਸੀਂ ਰੈਸਟ ਕਰਨਾ ਕਰ ਲਓ, ਅਸੀਂ ਤਾਂ ਖੇਡਾਂਗੇ, ਕਰ ਲਓ ਰੈਸਟ ਕਰ ਲਓ, ਅਸੀਂ ਨਹੀਂ ਖੇਡਾਂ, ਫਿਰ ਨਹੀਂ ਖੇਡਾਂ, ਆਪੇ ਨਹੀਂ ਖੇਡੂਗਾ। ਉਹ ਟਲ ਗਏ ਕਿਉਂਕਿ ਬੜੀ ਵੱਡੀ ਬਦਨਾਮੀ ਸੀ ਕਿ ਭਗਤ ਸਿੰਘ ਦੇ ਜਨਮ ਦਿਨ ਤੇ ਭਗਤ ਸਿੰਘ ਦਾ ਨਾਟਕ ਨਾ ਖੇਡਿਆ ਜਾਵੇ, ਉਹ ਡਰੇ ਹੋਏ ਪਾਸੇ ਹੋ ਗਏ। ਫਿਰ ਉਹਨਾਂ ਨੇ ਹੋਰ ਸ਼ਰਾਰਤ ਕੀਤੀ, ਜਦੋਂ ਖੇਡਣ ਲੱਗੇ ਉਹਨਾਂ ਨੇ ਬਿਜਲੀ ਕੱਟਤੀ। ਮੈਂ ਉਹ ਸੀਨ ਵੀ ਦੇਖਿਆ, ਉਹ ਬਾਕਾਇਦਾ ਚੈਨਲ ਨੇ ਪਾਇਆ। ਅੱਛਾ, ਉਹਨਾਂ ਹਰ ਚੀਜ਼ ਰਿਕਾਰਡਡ ਹੈ, ਮੋਬਾਈਲ ਬਿਲਕੁਲ ਵਿਜ਼ੂਅਲ ਰਿਕਾਰਡਿੰਗ ਹੈ, ਲਾਈਟਾਂ ਦੇ ਸਿਰ ਤੇ ਉਹਨਾਂ ਨੇ ਮੋਬਾਈਲ ਦੇ ਲਾਈਟਾਂ ਦੇ ਸਿਰ ਤੇ ਸਾਰਾ ਨਾਟਕ ਖੇਡਿਆ। ਦੇਖੋ, ਇਹ ਭਗਤ ਸਿੰਘ ਨੂੰ ਸ਼ਰਧਾਂਜਲੀ ਤਾਂ ਹੈ, ਔਰ ਤੁਹਾਡੀ ਲੇਖਣੀ ਨੂੰ ਵੀ ਸਲਾਮ ਹੈ ਕਿ ਉਹ ਤਾਂ ਕਿਉਂਕਿ ਭਗਤ ਸਿੰਘ ਤੋਂ ਮੈਂ ਪ੍ਰਭਾਵਿਤ ਇੰਨਾ, ਉਹ ਮੈਂ ਲਿਖ ਸਕਿਆ, ਉਹ ਭਗਤ ਸਿੰਘ ਕਰਕੇ ਲਿਖ ਸਕਿਆ, ਮੇਰੀ ਆਪਣੀ ਪ੍ਰਾਪਤੀ। ਹੁਣ ਗੱਲ ਹੈਗੀ ਇਹ ਤਾਂ ਜੇ ਸਾਡੇ ਹਾਲ, ਸਾਡੇ ਉਸ ਆਈਕਨ ਬਾਰੇ ਸਾਡੇ ਉਸ 'ਚ ਹੋ ਰਿਹਾ ਹੈ, ਹੁਣ ਅਸੀਂ ਅੱਗੇ ਹਿੰਦੁਸਤਾਨ ਦਾ ਭਵਿੱਖ ਕਿੱਦਾਂ ਦਾ ਸੋਚ ਰਹੇ ਹਾਂ। ਦੂਜੀ ਗੱਲ ਤੁਸੀਂ ਪੁੱਛਿਆ ਸੀਗਾ ਕਿ ਮੈਂ ਨਾਟਕ ਮੈਨੂੰ ਕਿਹੜਾ, ਵੈਸੇ ਤਾਂ ਸਾਰੇ ਬੱਚੇ ਪਿਆਰੇ ਹੁੰਦੇ ਨੇ, ਹਾਂ ਉਹ ਮੈਂ ਗੱਲ ਪਹਿਲਾਂ ਕੋਈ ਬੱਚਾ ਇਹੋ ਜਿਹਾ ਹੁੰਦਾ, ਪਰ ਇੱਕ ਹੋਰ ਜਿਹਦੇ ਵਿੱਚ ਕਾਫੀ ਕੁਛ ਮੈਂ ਕਰ ਸਕਿਆ, ਮੇਰਾ ਨਾਟਕ ਹੈ ਕਤਰਾ ਕਤਰਾ ਜ਼ਿੰਦਗੀ। ਕਤਰਾ ਕਤਰਾ ਜ਼ਿੰਦਗੀ, ਹਾਂ। ਉਹ ਦਿੱਲੀ ਅਕੈਡਮੀ ਨੇ ਕੁਛ 5-6 ਨਾਟਕ ਪੰਜਾਬੀ ਦੇ ਚੋਣ ਮੇ ਲਏ ਸੀ ਔਰ ਇੰਗਲਿਸ਼ 'ਚ ਟ੍ਰਾਂਸਲੇਟ ਕੀਤੇ, ਜਾਣੀ ਸਾਡੇ ਪੰਜਾਬੀ ਨਾਟਕਾਂ ਦਾ ਦ੍ਰਿਸ਼ ਦੂਜਿਆਂ ਨੂੰ ਦਿਖਾਉਣ ਲਈ। ਉਹਦੇ ਵਿੱਚੋਂ ਨਾਟਕ ਉਹਨਾਂ ਨੇ ਚੁਣਿਆ ਸੀਗਾ, ਉਹਨਾਂ ਨੇ ਟ੍ਰਾਂਸਲੇਟ ਕੀਤਾ ਹੈ ਦ ਮੈਲਟਿੰਗ ਆਈਸੀਕਲਸ ਆਫ ਲਾਈਫ। ਉਹਦੇ ਵਿੱਚ ਮੈਂ ਮੇਰੇ ਖਿਆਲ 'ਚ ਸਮੇਂ ਦੀ ਪੋਲੀਟੀਕਲ ਸਿਸਟਮ ਵੀ, USSR ਦਾ ਡਿੱਗਣਾ, ਬੜੀ ਸਾਦਗੀ ਨਾਲ। ਕੀ ਨੇ 2 ਕਰੈਕਟਰ ਨੇ, ਇੱਕ ਪਤੀ ਪਤਨੀ ਹੈ, ਇੱਕ ਲੇਖਕ ਹੈ ਜਿਹੜਾ ਹਸਬੈਂਡ ਹੈ, ਪਤਨੀ ਦੇ ਸਿਰ ਤੇ ਰੋਟੀ ਖਾ ਰਿਹਾ, ਉਹ ਪ੍ਰੋਫੈਸਰ ਹੈ, ਤੇ ਉਹ ਆਪਸ 'ਚ ਗੱਲਬਾਤ ਕਰਦੇ, ਉਹਨਾਂ ਦੀ ਗੱਲਬਾਤ ਹੈ, ਉਹਨਾਂ ਦਾ ਵਾਰਤਾਲਾਪ। ਦੋ ਵਿੱਚ ਹਰ ਇੱਕ ਕਰੈਕਟਰ ਜਦੋਂ ਅਸੀਂ ਦਿੱਲੀ 'ਚ ਖੇਡਿਆ, ਮਾਈ ਗੋਡ ਸਟੈਂਡਿੰਗ ਓਵੇਸ਼ਨ ਮਿਲੀ।
ਕਿਤੇ ਵੀ ਖੇਡਿਆ ਜਦੋਂ ਉਹ ਹੈਗਾ ਕਤਰਾ ਕਤਰਾ ਜ਼ਿੰਦਗੀ, ਜਿਹੜਾ ਹਰ ਤਰ੍ਹਾਂ ਨਾਲ ਮਕਬੂਲ, ਮੈਂ ਸਮਝਦਾ ਕਿ ਜਿਹਨੂੰ ਕਈ ਗੱਲਾਂ ਤਾਂ ਭਗਤ ਸਿੰਘ ਨੂੰ ਕਈ ਲੋਕ ਉਹ ਵੀ ਕਰਨਗੇ, ਪਰ ਭਗਤ ਸਿੰਘ ਨੂੰ ਇਨਕਾਰਿਆ ਨਹੀਂ ਜਾ ਸਕਦਾ। ਇਸ ਲਈ ਬਹੁਤ ਸਾਰੇ ਨਾਟਕ ਸੂਰਜ ਦੇ ਕਤਲ ਨੂੰ ਕਹਿ ਦੇਣਗੇ ਜੀ ਤਾਂ ਸਿੱਖਾਂ ਦਾ ਨਾਟਕ ਹੈ, ਲੇਕਿਨ ਉਹਦੇ ਵਿੱਚੋਂ ਕੋਈ ਇੱਦਾਂ ਦੀ ਗੱਲ ਹੀ ਨਹੀਂ ਹੈ ਕਿ ਸਿੱਖੀ ਬਾਰੇ ਕੋਈ ਗੱਲ ਹੋਵੇ। ਉਹ ਟੋਟਲ ਹੀ ਹਿਊਮੈਨਿਟੇਰੀਅਨ ਉਸ ਦੇ ਉੱਪਰ ਹੈਗਾ। ਹਾਂਜੀ, ਜਿਵੇਂ ਕਿ ਮੈਂ ਮਜ਼ਹਬ ਦੇ ਵਿੱਚ ਉਹਦੇ 'ਚ ਲਿਖੀਆਂ ਕਿ ਇੱਕ ਜੋ ਮਜ਼ਹਬ ਦਾ ਗੀਤ ਨਾ, ਮਜ਼ਹਬ ਜੋ ਕਿ ਲੋਕ ਪੀੜਾ ਵਿੱਚੋਂ ਜਨਮਦਾ, ਮਜ਼ਹਬ ਜਿਸ ਨੂੰ ਖੂਨ ਦੇ ਕੇ ਪਾਲਦੇ, ਜਿਹਦੇ ਪਿੱਛੇ ਲੋਕ ਅੰਗ ਅੰਗ ਕੱਟਦੇ, ਚਰਖੀਆਂ ਦੇ ਖੱਲਾ ਆਪਣੀ ਉਤਾਰਦੇ ਤੇ ਇਹਦੇ ਜਿਸਮ ਨੂੰ ਸਵਾਰਦੇ, ਪਰ ਆਖਰ ਕੀ ਹੁੰਦਾ, ਕਹਿੰਦਾ ਐ ਪਰ ਇਹ ਕਪੂਤ ਮਹਿਲੀ ਜਾ ਪੜਦਾ ਤੇ ਸੋਨੇ ਦੇ ਸਿੱਕੇ ਹੱਥ ਵਿੱਚ ਜਾ ਪੜਦਾ ਹੈ, ਜੀਵਨ ਆਪਣਾ ਰਾਜ ਦੇ ਲੇਖੇ ਲਾ ਦਿੰਦਾ ਹੈ, ਆਪਣੇ ਸੱਕੇ ਮਾਪਿਆਂ ਤਾਂ ਹੀ ਭੁਲਾ ਦਿੰਦਾ ਹੈ। ਸ਼ਾਲਾ ਐਸਾ ਪੁੱਤਰ ਕਦੇ ਤਾਂ ਜੰਮੇਗਾ, ਉਹ ਇਹੀ ਸੋਚ ਵੀ ਪੈਦਾ ਹੋ ਕਦੇ, ਸ਼ਾਲਾ ਐਸਾ ਪੁੱਤਰ ਕਦੇ ਤਾਂ ਜੰਮੇਗਾ ਜੋ ਆਪਣੇ ਮਾਪਿਆਂ ਦਾ ਹੱਥ ਥੰਮੇਗਾ ਤੇ ਰਾਜੇ ਦੇ ਸਿੱਕਿਆਂ ਨੂੰ ਠੁਕਰਾਏਗਾ, ਜਿਸ ਨੂੰ ਰਾਜ ਮਹਿਲ ਰਾਸ ਨਹੀਂ ਆਏਗਾ, ਜੋ ਝੁੱਗੀਆਂ ਦੀ ਰਾਖੀ ਦੇ ਲਈ ਡਟ ਜਾਵੇ ਤੇ ਦੁੱਖ ਸਾਡੇ 84 ਵਾਲੇ ਕੱਟ ਜਾਵੇ, ਕੁਛ ਇਸ ਤਰ੍ਹਾਂ ਕਰਕੇ ਲੱਗਦਾ ਉਦੋਂ ਉਹਦੇ ਅੰਦਰ ਇਹ ਨਾਟਕ। ਸੋ ਇਸ ਲਈ ਬੈਨ ਉਹ ਵੀ ਉਸ ਸਮੇਂ 'ਚ ਬੈਨ ਹੋਇਆ। ਤੀਜਾ ਨਾਟਕ ਮੇਰਾ ਇੱਕ ਤਪਸ਼ ਬੈਨ ਹੋਇਆ, ਜਿਹੜੀ ਸੱਚਾਈ ਮੈਂ ਲਿਆਂਦੀ ਕਿ ਇਹ ਕਿਵੇਂ ਪੈਦਾ ਹੋਇਆ ਆਤਮਾ, ਤਪਸ਼ ਉਹ ਵੀ ਬੈਨ ਕੀਤਾ ਇਹਨਾਂ ਨੇ। ਉਹ ਟੈਗੋਰ ਥੀਏਟਰ 'ਚ ਪਹਿਲੇ ਉਹ ਜੁਰਤ ਕੀਤੀ ਪਹਿਲੀ ਵਾਰ ਕੇਵਲ ਧਾਲੀਵਾਲ ਦੇ ਕਮਿਊਨਿਸਟ ਪਾਰਟੀ ਦੀ ਕਾਨਫਰੰਸ 'ਤੇ, ਉਦੋਂ ਹੀ ਸਰਕਾਰ ਨੇ IB ਦਾ ਬੰਦਾ ਦਿੱਲੀ ਤੋਂ ਭੇਜਤਾ। ਪਰਫਾਰਮੈਂਸ ਤੋਂ ਬਾਅਦ ਮੈਨੂੰ ਮਿਲ ਕੇ ਗਿਆ, ਆਪ ਆ ਕੇ ਉਹਨੇ ਕਿਹਾ ਮੈਂ IB ਵੱਲੋਂ ਬਾਕਾਇਦਾ ਇਸ ਕੰਮ ਲਈ ਆਇਆ ਸੀ, ਪਰ ਮੈਨੂੰ ਤਾਂ ਇਹਦੇ ਵਿੱਚ ਕੁਛ ਇਹੋ ਜਿਹਾ ਨਹੀਂ ਲੱਗਦਾ ਜਿਹੜਾ ਕਿ ਕੋਈ ਬਹੁਤ ਉਹਨਾਂ ਨੇ ਖੁਦ ਕਿਹਾ। ਹਾਂ, ਉਹ ਮੈਨੂੰ ਆਫਿਸਰ ਨੇ ਖੁਦ ਕਿਹਾ। ਪਰ ਉਸ ਤੋਂ ਬਾਅਦ ਉਹਨਾਂ ਨੇ ਅੰਦਰੋਂ ਗਤੀ ਜਿਹੜੀਆਂ ਸੰਸਥਾਵਾਂ ਜਿਹੜੀਆਂ ਹੁੰਦੀਆਂ ਨਾ, ਥੀਏਟਰ ਦੀਆਂ ਸੰਸਥਾਵਾਂ ਹੁੰਦੀਆਂ, ਥੀਏਟਰ ਦੇਣ ਦੀਆਂ ਜੋ ਕਿਸ ਤਰ੍ਹਾਂ ਦੀ ਮਦਦ ਕਰਨ ਵਾਲੀਆਂ ਹੁੰਦੀਆਂ ਥੀਏਟਰ ਨੂੰ, ਉਹਨਾਂ ਸਾਰਿਆਂ ਨੂੰ ਕਹਿਤਾ ਕਿ ਇਸ ਨਾਟਕ ਨੂੰ ਤੁਸੀਂ ਸਹੂਲਤ ਨਹੀਂ ਦੇਣੀ। ਸੋ ਇਹ ਹੁਣ ਜਦੋਂ ਸੱਚ ਬੋਲੋਗੇ ਤਾਂ ਬੈਨ ਤਾਂ ਸਮੇਂ ਦੇ ਮੁਤਾਬਕ ਜਿਹੋ ਜਿਹਾ ਕੌਣ ਜੋ ਵਿੱਚ ਕੀ ਹੋ ਰਿਹਾ ਤਾਂ ਹੋਏਗਾ, ਜਿਸ ਤਰ੍ਹਾਂ ਦਾ ਨਿਜ਼ਾਮ ਹੁੰਦਾ ਉਹ ਜਿਹੇ ਫੈਸਲੇ ਹੁੰਦੇ। ਦਮਨ ਸਾਹਿਬ, ਰੰਗਮੰਚ ਤੋਂ ਹੁਣ ਤੁਹਾਡੀ ਜ਼ਿੰਦਗੀ ਦੇ ਦੂਸਰੇ ਸਫ਼ਰ ਵੱਲ ਆਉਂਦੇ ਆ। ਤੁਸੀਂ ਬਹੁਤ ਫਿਲਮਾਂ ਵੀ ਕੀਤੀਆਂ ਨੇ, ਥੀਏਟਰ ਨੂੰ ਪੜ੍ਹਾਇਆ ਵੀ ਹੈ, ਬਹੁਤ ਸਾਰੀਆਂ ਵਰਕਸ਼ਾਪਸ ਵੀ ਲਾਈਆਂ ਨੇ, ਬਾਹਰ ਜਾ ਕੇ ਬਹੁਤ ਕੰਮ ਕੀਤਾ ਜਿਹਦੇ ਵਿੱਚ ਤੁਹਾਨੂੰ ਬਹੁਤ ਪ੍ਰਸਿੱਧੀ ਮਿਲੀ ਹੈ, ਔਰ ਥੀਏਟਰ ਦੀ ਦੁਨੀਆ ਦੇ ਵਿੱਚ ਜਿੱਥੇ ਤੱਕ ਉਹਦੀ ਥੀਏਟਰ ਦੀ ਟੈਕਨੀਕੈਲਿਟੀ ਦਾ ਸਵਾਲ ਹੈ, ਤੁਹਾਡਾ ਨਾਮ ਬਹੁਤ ਅਦਬ ਨਾਲ ਲਿਆ ਜਾਂਦਾ ਹੈ। ਫਿਲਮਾਂ, ਵਰਕਸ਼ਾਪਸ, ਅਧਿਐਨ, ਇਹ ਸਾਰੇ ਸਫ਼ਰ ਦਾ ਵੇਗ ਕਿਵੇਂ ਤੁਰਿਆ? ਗੱਲ ਇਹ ਹੈ ਕਿ ਮੈਂ ਜੇ ਸ਼ੁਰੂਆਤ ਮੈਂ ਪ੍ਰਭਾਵਿਤ ਹੋਇਆ ਬਹੁਤ ਹੀ ਸਾਦਗੀ ਨਾਲ ਰਾਮਲੀਲਾ ਪਿੰਡਾਂ 'ਚ ਦੇਖਦੇ ਸੀ। ਸਾਡੇ ਥੀਏਟਰ ਦਾ ਮੂਲ ਰੂਪ ਹੈ ਸ਼ਾਇਦ ਉਹ ਹੋਇਆ ਮੇਰਾ, ਮੇਰੇ ਅੰਦਰ ਜੋ ਐਵੋਲੂਸ਼ਨ ਹੋਇਆ, ਉਹ ਵਿਕਾਸ ਜਿਸ ਤਰ੍ਹਾਂ ਦਾ ਹੋਇਆ ਮੇਰੀ ਸਮਝ ਸੋਚ ਉਹ ਰਾਮਲੀਲਾ ਤੋਂ ਸ਼ੁਰੂ ਹੋਇਆ। ਫਿਰ ਪਿੰਡਾਂ ਦੇ ਵਿੱਚ ਉਹਨਾਂ ਦਿਨਾਂ 'ਚ ਨਾ ਬਰਾਤਾਂ ਦੇ ਵਿੱਚ ਕਈ ਦਿਨ ਲੋਕ ਠਹਿਰਦੇ ਹੁੰਦੇ ਸੀ, ਉਹ ਬੋਰਡਿੰਗ ਨੂੰ ਖਤਮ ਕਰ ਲਈ, ਨਾਲ ਬਰਾਸੀ ਲੈ ਕੇ ਆਉਂਦੇ। ਉਹ ਫਿਰ 3 ਦਿਨ ਆਪਣਾ ਉੱਥੇ ਸਵੇਰੇ ਦੁਪਹਿਰੇ ਤੇ ਸ਼ਾਮੀ ਐਂਟਰਟੇਨਮੈਂਟ ਕਰ ਲਈ। ਉਹ ਨਾਟਕ ਮੈਂ ਉਹਨਾਂ ਨੂੰ ਬਹੁਤ ਨੇੜੇ ਤੱਕ ਗਿਆ, ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਫਿਰ ਮੇਰੇ ਪਿੰਡ ਦੇ ਕੋਲੇ ਇੱਕ ਪਿੰਡ ਹੈ ਭਵਾਨੀਗੜ੍ਹ ਕਸਬਾ ਹੈਗਾ, ਉਹਦੇ ਉੱਤੇ ਇੱਕ ਅਮੀਰ ਬੰਦਾ ਸੀ, ਉਹ ਕਿਤੇ ਬੰਬੇ ਗਿਆ ਹੋਣਾ ਗਲਤੀ ਨਾਲ ਉਸ ਯੁੱਗ ਦੇ ਵਿੱਚ, ਤੇ ਉਹਨੇ ਉੱਥੇ ਥੀਏਟਰ ਆਪਣਾ ਪਾਰਸੀ ਥੀਏਟਰ ਦੇਖਿਆ। ਉਹਨੇ ਕਿਹਾ ਕਿ ਤੁਸੀਂ ਮੇਰੇ ਸ਼ਹਿਰ 'ਚ ਆ ਕੇ ਕਰ ਸਕਦੇ ਹੋ। ਉਹਨੇ ਉੱਥੇ ਨਾ ਉਹ ਹਰ ਸਾਲ ਪਾਰਸੀ ਥੀਏਟਰ ਕੰਪਨੀਆਂ ਉੱਥੇ ਆਉਂਦੀਆਂ ਸੀ। ਮੈਂ ਟੈਕਨੀਕਲੀ ਕਿਉਂਕਿ ਇੱਥੇ ਭਵਾਨੀਗੜ੍ਹ ਆਉਂਦੀਆਂ ਸੀ, ਉੱਥੇ ਉਹਨੇ ਬਾਕਾਇਦਾ ਇੱਕ ਤਬੇਲਾ ਲਿਆ, ਤਵਾਲੇ 'ਚ ਸਟੇਜ ਬਣਾਈ, ਸਟੇਜ ਵੀ ਰਾਊਂਡ ਘੁੰਮਣ ਵਾਲੀ, ਕਿਉਂਕਿ ਪਿੱਛੇ ਅਗਲਾ ਸੀਨ ਦਾ ਸੈੱਟ ਲੱਗ ਜਾਂਦਾ ਸੀ। ਇਹ ਤੁਸੀਂ ਕਦੋਂ ਦੀ ਗੱਲ ਕਰ ਰਹੇ ਹੋ? ਮੈਂ ਗੱਲ ਕਰ ਰਿਹਾ ਉਦੋਂ ਮੈਂ 8ਵੀਂ 'ਚ ਪੜ੍ਹਦਾ ਹੁੰਦਾ ਸੀ, 9ਵੀਂ 'ਚ, ਮਤਲਬ 60s ਦੀਆਂ ਆਲਮੋਸਟ ਗੱਲਾਂ, 55 59 ਦੇ। ਉਦੋਂ ਕੋ ਬਹੁਤ ਜ਼ਿਆਦਾ ਸਹੂਲਤਾਂ ਵੀ ਨਹੀਂ ਹੁੰਦੀਆਂ ਸੀ, ਟੈਕਨੋਲੋਜੀ ਵੀ ਇਸ ਤਰ੍ਹਾਂ ਦੀ ਅਜੇ ਨਹੀਂ ਆਈ ਸੀ। ਹਾਂਜੀ, ਤੇ ਉਹ ਹੁਣ ਉਹਦੇ ਵਿੱਚ ਕੋਈ ਸਹੂਲਤ ਰਾਮਲੀਲਾ 'ਚ ਕੋਈ ਬਹੁਤ ਵੱਡੀ ਟੈਕਨੀਕਲ ਨਹੀਂ ਸੀ, ਤੇ ਮਰਾਸੀਆਂ ਦੇ ਕੋਈ ਟੈਕਨੀਕਲ ਉਹ ਨਹੀਂ ਸੀ, ਉਹ ਤਾਂ ਥੀਏਟਰ ਆਪਣਾ ਥੀਏਟਰ ਟਾਈਪ ਸੀਗਾ। ਤੇ ਜਦੋਂ ਮੈਂ ਇਹ 'ਚ ਦੇਖਿਆ, ਮੈਂ ਕਿਹਾ ਵਿੱਚ ਕਾਫੀ ਕੁਛ ਹੋ ਸਕਦਾ, ਡਾਕੂ ਸੁਲਤਾਨਾ, ਪੁਰਾਣਾ ਪੀਰ ਬੰਟ ਹੀਰ ਰਾਂਝਾ ਇਹੋ ਜਿਹੇ ਉਹਨਾਂ ਨੇ ਨਾਟਕ ਕਰਨੇ। ਤੇ ਉਹ ਅਸਲ 'ਚ ਟ੍ਰੇਨਡ ਸੀਗੀਆਂ ਇੰਗਲੈਂਡ ਤੋਂ, ਉੱਥੇ ਉਹ ਆ ਕੇ ਉੱਥੇ ਬੰਬੇ ਦੇ ਵਿੱਚ ਉਹਨਾਂ ਜਿਹੜੀਆਂ ਮੰਡਲੀਆਂ ਸੀ, ਉੱਥੋਂ ਸੀ ਉਹਨਾਂ ਦੇ ਬੇਸਿਕ ਟ੍ਰੇਨਿੰਗ। ਫਿਰ ਉਹਨਾਂ ਨੇ ਆ ਕੇ ਆਪਣੀਆਂ ਮੰਡਲੀਆਂ ਬਣਾਈਆਂ ਬੰਬਈ 'ਚ, ਤੇ ਬੰਬਈ 'ਚ ਸੀਗੇ, ਹੋਰ ਕਿਤੇ ਨਹੀਂ ਸੀ ਹਿੰਦੁਸਤਾਨ 'ਚ, ਉਹ ਉੱਥੇ ਆਉਂਦੀਆਂ ਰਹੀਆਂ।
ਉਹਨਾਂ ਤੋਂ ਥੋੜ੍ਹਾ ਟੈਕਨੀਕਲੀ ਸਿੱਖਿਆ ਵੀ ਇਹ ਕਿਵੇਂ ਕਰਦੇ ਨੇ। ਮੈਂ ਦੁਪਹਿਰੇ ਬਚਪਨ ਤੋਂ ਕੋਲੇ ਖੜੇ ਦਾ ਵਾਲਾ ਕੋਈ ਨਹੀਂ ਬੋਦਰ ਕਰਦਾ ਵੀ ਬੱਚਾ ਖੜਾ ਠੀਕ ਹੈ, ਕਿਵੇਂ ਮੇਕਅਪ ਕਰਦੇ ਆ, ਕਿਸ ਤਰ੍ਹਾਂ ਕਰਦੇ ਆ, ਕਿਵੇਂ ਸਟੇਜ ਬਣਾਉਂਦੇ ਆ। ਸੋ ਉਹ ਕਰਦਿਆਂ ਕਰਦਿਆਂ ਮੈਨੂੰ ਥੋੜ੍ਹੀ ਜਿਹੀ ਟੈਕਨੀਕਲ ਸੂਝ ਉੱਥੋਂ ਮਿਲੀ। ਹੌਲੀ ਹੌਲੀ ਫਿਰ ਜਦੋਂ ਮੈਂ ਵੱਡਾ ਹੋ ਗਿਆ, ਮੈਂ ਪਹਿਲਾਂ ਆਪਣੀ ਲਾਈਫ ਐਜ਼ ਏ ਸਿੰਗਰ ਸ਼ੁਰੂ ਕੀਤੀ। ਮੈਂ ਆਪਣੀ ਤੁੰਬੀ ਬਣਾ ਕੇ ਰੇਡੀਓ ਸਟੇਸ਼ਨ 'ਤੇ ਚਲਾ ਗਿਆ ਅਤੇ ਉੱਥੇ ਮੈਂ ਸਿਲੈਕਟ ਵੀ ਹੋ ਗਿਆ। ਅੱਛਾ, ਆਪਣੀ ਤੁੰਬੀ ਬਣਾਈ। ਆਪੀ ਤੁੰਬੀ ਬਣਾ ਕੇ ਆਪੇ ਚਲਾ ਗਿਆ। ਉੱਥੇ ਮੈਨੂੰ ਇੱਕ ਰਾਗੀ ਨੇ ਇੱਕ ਵਾਰੀ, ਮੈਂ ਇਹੋ ਜਿਹੀ ਕਦਰ ਕਰਦਾ ਸੀ ਤੁੰਬੀ ਦੀ, ਮੈਂ ਵਾਸ਼ਰੂਮ ਗਿਆ ਅਤੇ ਐਂ ਰੱਖ ਕੇ ਹੇਠਾਂ ਚਲਾ ਗਿਆ। ਜਦੋਂ ਮੈਂ ਵਾਪਸ ਆਇਆ ਅਤੇ ਉਹ ਜਾਣ ਕੇ ਪੁੱਛਦਾ, ਇਹ ਸਾਜ਼ ਸਾਹਿਬ ਕਿਹਦੇ ਨੇ? ਮੈਂ ਕਿਹਾ ਸਾਹਿਬ? ਹਾਂ, ਮਤਲਬ ਕਿਹੜੇ ਸਾਜ਼ ਨੂੰ ਸਾਹਿਬ ਕਹੀ ਜਾਂਦਾ। ਮੈਂ ਬਾਅਦ ਦੇ ਵਿੱਚ ਦੇਖਿਆ, ਕਹਿੰਦਾ ਮੈਂ ਕਾਕਾ ਪੁੱਛਦਾ ਕਿਹੜੇ ਸਾਜ਼? ਮੈਂ ਕਿਹਾ ਜੀ ਤਾਂ ਮੇਰੇ ਆ ਕਾਕਾ, ਜਿਹਦੇ ਕਰਕੇ ਤੂੰ ਇੱਥੇ ਬੈਠੇ ਸੀ। ਇਹ ਕਦਰ ਕਰਦਾ ਨੂੰ ਘੱਟੋ ਘੱਟ ਸੋਫੇ 'ਤੇ ਰੱਖ ਦਿੰਦਾ, ਚੇਅਰ 'ਤੇ ਰੱਖ ਦਿੰਦਾ। ਫਿਰ ਇੱਕ ਦਿਨ ਉਹ ਤੋਂ ਬਾਅਦ ਅਗਲੀ ਮੇਰੀ ਇੱਕ ਵਾਰੀ ਉਹ ਸੀਗੀ ਕੀ ਕਹਿੰਦੇ ਜਿਹਨੂੰ ਆਪਾਂ ਕਹਿੰਦੇ ਰਿਕਾਰਡਿੰਗ, ਅਤੇ ਉਹਦੇ ਵਿੱਚ ਉਹ ਕਹਿੰਦੇ ਮੈਨੂੰ ਕਹਿੰਦੇ ਕਾਕਾ ਤੇਰੇ 'ਚ ਗੱਲ ਹੈਗੀ, ਤੂੰ ਨਾ ਇਹ ਛੱਡ, ਇਹ ਕਰੀ ਚੱਲ, ਪਰ ਤੂੰ ਕਲਾਸੀਕਲ ਸਿੱਖ। ਬੜੀ ਆਵਾਜ਼ ਦੇ ਹਾਂ, ਮੈਨੂੰ ਸਿੱਖਣ ਦੀ ਪ੍ਰੇਰਨਾ ਦਿੱਤੀ। ਫਿਰ ਮੈਂ ਕਲਾਸੀਕਲ ਸਿੱਖਿਆ, ਕਲਾਸੀਕਲ ਬੈਚਲਰ ਆਫ ਮਿਊਜ਼ਿਕ ਕੀਤਾ। ਲੇਕਿਨ ਮੈਨੂੰ ਜਦ ਮੈਂ ਲਿਟਰੇਚਰ ਪੜ੍ਹਿਆ, ਲਿਟਰੇਚਰ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਨਾਟਕ ਟੋਲੇ ਕਮਿਊਨਿਸਟ ਪਾਰਟੀ ਦੇ ਆਉਂਦੇ ਸੀਗੇ, ਉਹ ਇੱਟਾਂ ਤੋਂ ਪ੍ਰਭਾਵਿਤ ਸੀਗੇ। ਮੈਂ ਦੇਖਿਆ ਕਿ ਜ਼ਿੰਦਗੀ ਨਾਲ ਜੁੜੀ ਹੋਈ ਜਿਹੜੀ ਕਲਾ ਹੈ, ਇਹ ਬਹੁਤ ਜ਼ਿਆਦਾ ਜ਼ਿੰਦਗੀ ਨਾਲ ਜੁੜੀ ਹੋਈ ਕਲਾ ਹੈ, ਮੈਨੂੰ ਇਹ ਕਰਨੀ ਚਾਹੀਦੀ। ਫਿਰ ਮੈਂ ਸਭ ਆਪਣਾ ਗੀਤ ਸੰਗੀਤ ਭੁੱਲ ਕੇ, ਪਰ ਉਹ ਗੀਤ ਸੰਗੀਤ ਮੇਰੇ ਕੰਮ ਆਇਆ। ਮੈਂ ਜੇ ਪੋਇਟਰੀ ਲਿਖਣੀ ਸਿੱਖਿਆ, ਉਹ ਵੀ ਮੇਰੇ ਅੱਜ ਮੈਂ ਆਪਣੀ ਪੋਇਟਰੀ ਆਪ ਲਿਖਦਾ। ਮੈਂ ਆਪਣੇ ਗੀਤਾਂ ਨੂੰ ਆਪ ਤਰਜ ਦਿੰਦਾ, ਸੰਗੀਤਬੱਧ ਕਰਦਾ ਆਪਣੇ ਉਹਨਾਂ ਦੇ ਵਿੱਚ। ਮੈਂ ਆਪ ਗਾਉਂਦਾ ਵੀ ਹਾਂ ਅਤੇ ਦੂਜੇ ਤੋਂ ਗਾਉਂਦਾ ਵੀ ਹਾਂ, ਕਿਉਂਕਿ ਮੈਨੂੰ ਫਿਰ ਬੈਚਲਰ ਆਫ ਮਿਊਜ਼ਿਕ ਕਰਨ ਦਾ ਹੀ ਫਾਇਦਾ ਹੋਇਆ। ਲੇਕਿਨ ਉਹ ਛੱਡਿਆ ਨਹੀਂ ਵਿੱਚੋਂ, ਪਰ ਉਹਨੂੰ ਮੈਂ ਥੀਏਟਰ ਦਾ ਪਾਰਟ ਬਣਾ ਲਿਆ। ਤੋ ਥੀਏਟਰ ਦਾ ਪਾਰਟ ਬਣ ਕਰਕੇ ਅੱਜ ਉਹ ਮੇਰੇ ਨਾਟਕ ਜਿੱਥੇ ਖੇਡਦੇ ਬੜੇ ਮਕਬੂਲ ਰਹੇ ਨੇ। ਹਿੰਦੁਸਤਾਨ ਦੇ ਬਹੁਤ ਹਿੱਸਿਆਂ ਵਿੱਚ ਖੇਡੇ ਨੇ, ਬਾਹਰਲੇ ਮੁਲਕਾਂ 'ਚ ਖੇਡੇ ਨੇ, ਬਹੁਤ ਹੀ ਲੋਕਾਂ ਨੇ ਪ੍ਰਵਾਨ ਕੀਤੇ ਨੇ। ਸ਼ਾਇਦ ਉਹ ਸਾਰੀਆਂ ਕਲਾਮਾਂ ਇਕੱਠੀਆਂ ਜੁੜ ਕੇ ਉਹਦੇ ਵਿੱਚ ਆ ਗਈ। ਪਰ ਲਿਟਰੇਚਰ ਨਾਲ ਜੁੜਨ ਕਰਕੇ ਮੈਨੂੰ ਜਿਹੜੀ ਸੋਚ ਦੀ ਸੇਧ ਮਿਲੀ, ਉਹ ਲੋਕਾਂ ਪ੍ਰਤੀ ਜਾਗਰੂਕ ਕੀਤਾ ਉਹਨੇ ਮੈਨੂੰ, ਲੋਕਾਂ ਦੀਆਂ ਤਕਲੀਫਾਂ ਪ੍ਰਤੀ ਜਾਗਰੂਕ ਕੀਤਾ ਕਿ ਮੈਂ ਸਮਝਿਆ ਕਿ ਥੀਏਟਰ, ਰੰਗਮੰਚ ਜਿੰਨਾ ਲੋਕਾਂ ਨੂੰ ਜਾਗਰੂਕ ਕਰ ਸਕਦਾ ਹੈ, ਉਨੀ ਕੋਈ ਕਲਾ ਨਹੀਂ ਜਾਗਰੂਕ ਨਹੀਂ ਕਰ ਸਕਦੀ। ਸੰਗੀਤ ਵੀ ਕਈ ਵਾਰੀ ਤੁਸੀਂ ਗਾ ਕੇ ਛੱਡ ਦਿੰਦੇ ਹੋ, ਇਹ ਅੰਦਰ ਵਸ ਜਾਂਦਾ ਤੁਹਾਡੇ, ਇਹ ਤੁਹਾਡੀ ਰੂਹ 'ਚ ਵਸ ਜਾਂਦਾ, ਇਹ ਤੁਹਾਡੀਆਂ ਯਾਦਾਂ 'ਚ ਵਸ ਜਾਂਦਾ ਜਦੋਂ ਕੋਈ ਬੰਦਾ ਦੇਖਦਾ, ਔਰ ਇਹ ਹੂ ਹੁੰਦਾ ਹੈ ਸਾਹਮਣੇ, ਆਮੋ ਸਾਹਮਣੇ। ਮੈਂ ਇੱਕ ਹੋਰ ਗੱਲ ਕਹਿਣਾ, ਇਹ ਸੱਜਰਾ ਪਰੋਸਿਆ ਜਾਂਦਾ ਹੈ। ਫਿਲਮ ਨੂੰ ਬਣਾ ਦੋ, ਡੱਬੇ 'ਚ ਬੰਦ ਹੋ ਜੂ, ਕੱਲ੍ਹ ਨੂੰ ਚੁੱਕੋਗੇ ਪੁਰਾਣੀ ਫਿਲਮ ਲਿਆ, ਉਹ ਪਈ ਹੋਈ ਬਾਸੀ ਰੋਟੀ ਵਾਂਗੂ ਵਰਤ ਲੈ। ਥੀਏਟਰ ਉਦੋਂ ਹੀ ਪੈਦਾ ਹੁੰਦਾ ਹੈ, ਉੱਥੇ ਹੀ ਪਰੋਸਿਆ ਜਾਂਦਾ ਅਤੇ ਉੱਥੇ ਹੀ ਉਹ ਮੁੜ ਕੇ ਉਹਨੂੰ ਸਾਂਭਣ ਦੀ ਲੋੜ ਨਹੀਂ ਹੈ। ਲੇਕਿਨ ਉਹਦਾ ਪਾਤਰ ਹੈ, ਉਹ ਤੁਹਾਡੇ ਨਾਲ ਤੁਰਦਾ, ਤੁਸੀਂ ਆਪਣੇ ਆਪ ਨੂੰ ਰਿਲੇਟ ਕਰ ਸਕਦੇ ਹੋ ਉਹਦੇ ਨਾਲ। ਦਮਨ ਸਾਹਿਬ, ਹੁਣ ਅਸੀਂ ਤੁਹਾਡੀ ਪਰਿਵਾਰਿਕ ਜ਼ਿੰਦਗੀ ਵੱਲ ਵਧਦੇ ਹਾਂ। ਜਿਵੇਂ ਕਿ ਸਾਡੇ ਦਰਸ਼ਕ ਜਾਣਦੇ ਨੇ ਕਿ ਦਵਿੰਦਰ ਦਮਨ ਜੀ ਦੀ ਵਾਈਫ ਸ਼੍ਰੀਮਤੀ ਜਸਵੰਤ ਦਮਨ, ਉਹ ਵੀ ਥੀਏਟਰ ਔਰ ਫਿਲਮ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਹੈ। ਉਹਨਾਂ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਬੜੇ ਬਾਕਮਾਲ ਰੋਲ ਕੀਤੇ ਨੇ ਔਰ ਆਪਣਾ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਨੇ। ਦਵਿੰਦਰ ਜੀ ਤੇ ਜਸਵੰਤ ਜੀ ਦਾ ਮਿਲਨ ਕਿਵੇਂ ਹੋਇਆ? ਇਹ ਕਈ ਇੰਟਰਵਿਊਜ਼ ਦੇ ਵਿੱਚ ਪਹਿਲਾਂ ਮੇਰਾ ਮਤਲਬ ਕਿ ਲਿਖਤੀ ਇੰਟਰਵਿਊਜ਼ ਵੀ ਆ ਚੁੱਕੇ ਆ। ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀਗਾ ਅਤੇ ਉਹ ਸਾਡਾ ਪਿਆਰ ਪ੍ਰਵਾਨ ਵੀ ਹੋ ਚੱਲਿਆ ਸੀਗਾ। ਉਹ ਪਰਿਵਾਰ ਮੰਨ ਵੀ ਗਿਆ ਸੀ। ਫਰਕ ਇਹ ਸੀਗਾ ਕਿ ਸਾਡੀ ਵਿਚਾਰਧਾਰਾ ਹੋਰ ਸੀ, ਉਹਨਾਂ ਦੀ ਵਿਚਾਰਧਾਰਾ ਹੋਰ ਸੀ ਉਸ ਪਰਿਵਾਰ ਦੀ, ਇੱਕ ਉਹਨੂੰ ਫਿਰ ਵੀ ਪ੍ਰਵਾਨ ਕਰ ਲਿਆ ਸੀ। ਇੱਕ ਬੰਦਾ ਉਸ ਇਲਾਕੇ 'ਚੋਂ MLA ਬਣਨਾ ਚਾਹੁੰਦਾ ਸੀ। ਉਹਨੇ ਜਾ ਕੇ ਉਸ ਪਰਿਵਾਰ ਦੀ, ਕਿਉਂਕਿ ਉਹਦਾ ਦਾ ਜਿਹੜਾ ਪਰਿਵਾਰ ਸੀਗਾ ਉਹ ਵੀ MLA ਖੜਾ ਹੁੰਦਾ ਸੀ, ਪਰ ਹਰ ਵਾਰ ਹਾਰ ਜਾਂਦਾ ਸੀ ਕਮਿਊਨਿਸਟ ਉਮੀਦਵਾਰ ਦੇ ਅੱਗੇ। ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਸੀ, ਉਹਦੇ ਕੋਲ ਜਾ ਕੇ ਉਹਨੇ ਸ਼ਿਕਾਇਤ ਕੀਤੀ ਕਿ ਇਹ ਨਾ ਹੁਣ ਤਾਂ ਸਾਡਾ ਉਸ ਇਲਾਕੇ 'ਚ ਬੇੜਾ ਹੀ ਗਰਕ ਹੋਣ ਲੱਗਿਆ, ਇਹ ਤਾਂ ਜਿਹੜਾ ਕੁੜੀਆਂ ਵੀ ਹੁਣ ਕਮਿਊਨਿਸਟਾਂ ਨੂੰ ਦੇਣ ਲੱਗ ਗਏ। ਉਦੋਂ ਉਹਨੂੰ ਮਾਂ ਬਾਪ ਨੂੰ ਬੁਲਾਇਆ, ਮੁੱਖ ਮੰਤਰੀ ਨੂੰ, ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਚਿੜ ਗਿਆ। ਉਹਨੇ ਕਿਹਾ ਅੱਛਾ ਉਹ ਵਜ਼ੀਫਿਆਂ 'ਤੇ ਸੀਗੇ, ਉਹ ਸਭ ਕੁਝ ਗਵਾ ਚੁੱਕੇ ਸੀ ਆਪਣਾ ਦੇਸ਼ ਭਗਤੀ 'ਚ, ਹੁਣ ਉਹ ਵਜ਼ੀਫਿਆਂ 'ਤੇ ਸੀ। ਤਾਂ ਉਹ ਕਹਿੰਦਾ ਥੋੜ੍ਹਾ ਕੁਛ ਨਾ ਹੋਣਾ, ਬੱਚੇ ਰੁੱਝ ਜਾਣੇ। ਫਿਰ ਉਹਨਾਂ ਨੇ ਕੁੜੀ ਨੂੰ ਕਹਿਤਾ ਵੀ ਇਹ ਤੇਰਾ ਵਿਆਹ ਨਹੀਂ ਹੋ ਸਕਦਾ। ਟੁੱਟਿਆ, ਮੈਂ ਵੀ ਰੋਇਆ, ਉਹ ਵੀ ਰੋਈ। ਐਨੀਹਾਊ,
ਉਹ ਫਿਰ ਸਾਡਾ ਅਚਾਨਕ ਮੈਂ ਮਨ 'ਚ ਸੋਚਿਆ ਕਿ ਪਿਆਰਾਂ ਵਿਆਰਾਂ 'ਚ ਕੁਛ ਨਹੀਂ ਰੱਖਿਆ, ਜ਼ਿੰਦਗੀ ਤੋਰਨੀ ਹੈ ਤਾਂ ਚੁੱਪ ਕਰਕੇ ਵਿਆਹ ਕਰਾ ਲਾ ਜਿੱਥੇ ਵੀ ਹੁੰਦਾ ਹੈ, ਤੇ ਆਪਣਾ ਕੰਮ ਥੀਏਟਰ ਕਰੀਏ, ਕੰਮ ਕਰੀਏ, ਇਹ ਇੱਥੇ ਰੋਮਾਂਸ ਦੀ ਜਗ੍ਹਾ ਨਹੀਂ ਹੈ ਕੋਈ ਇਹ ਕਰਨ ਦੀ। ਤੇ ਉਹ ਮੈਂ ਜਦੋਂ ਇਹ ਮੈਨੂੰ ਮਿਲੀ ਜਸਵੰਤ, ਮਿਲਦਿਆਂ ਹੌਲੀ ਹੌਲੀ ਮੇਰੀ ਸਿਸਟਰ ਨਾਲ ਪੜ੍ਹਦੀ ਸੀ ਇੱਕ ਸਕੂਲ ਦੇ ਵਿੱਚ ਪਟਿਆਲੇ, ਮੇਰੀ ਪਟਿਆਲੇ ਪੋਸਟਿੰਗ ਸੀ ਉਹਨਾਂ ਦਿਨਾਂ ਦੇ ਵਿੱਚ ਫੂਡ ਸਪਲਾਈ ਡਿਪਾਰਟਮੈਂਟ 'ਚ, ਤੇ ਆਉਂਦੀ ਜਾਂਦੀ ਸੀ, ਮਿਲਦੀ ਗਿਲਦੀ ਉੱਥੇ ਸਕੂਲ 'ਚ ਵੀ ਮਿਲਦੀ ਸੀਗੀ। ਤੇ ਮੈਂ ਇਹਨੂੰ ਇਹਦੀਆਂ ਅੱਖਾਂ 'ਚੋਂ ਦੇਖਿਆ ਕਿ ਕੁਛ ਪ੍ਰਭਾਵਿਤ ਹੈ। ਤੇ ਇਹ ਕਹਿੰਦੀ ਵੀ ਮੈਂ ਇਹਨੂੰ ਪੁੱਛਿਆ ਵੀ ਕਿਵੇਂ ਹੈ, ਮੈਂ ਕਿਹਾ ਦੇਖ ਰੋਮਾਂਸ ਰਮੂਸ ਤਾਂ ਨਹੀਂ ਹੋਣਾ, ਬੜੀ ਸਿੱਧੀ ਗੱਲ ਹੈ, ਰੋਣਾ ਸਿੱਧਾ ਵਿਆਹ ਕਰਾਂਗੇ। ਕਹਿੰਦੀ ਮੈਂ ਪੁੱਛੂਗੀ ਆਪਣੇ ਘਰ ਵਾਲਿਆਂ ਨੂੰ, ਪੁੱਛਿਆ ਪਾਛਿਆ ਹੁਣ ਰੱਬ ਜਾਣੇ, ਤੇ ਕਹਿੰਦੀ ਹਾਂ ਮੈਂ ਤਿਆਰ ਹਾਂ। ਮੈਂ ਕਿਹਾ ਪਰ ਇੱਕ ਸ਼ਰਤ ਹੋਰ ਹੈ। ਕਹਿੰਦੀ ਕੀ? ਮੈਂ ਕਿਹਾ ਤੂੰ ਥੀਏਟਰ ਕਰੇਂਗੀ, ਇਹ ਵੀ ਪੁੱਛ ਲੈ ਘਰ ਵਾਲਿਆਂ ਨੂੰ, ਇਹ ਮਰਾਸੀ ਬਣਾ ਜੇ ਕਰ ਸਕਦੇ ਨੇ ਤੇਰੇ ਤਾਂ ਹੀ ਮੇਰੇ ਨਾਲ ਜੁੜੀ ਨਹੀਂ, ਮੇਰੇ ਨਾਲ ਮੈਂ ਨਹੀਂ ਚਾਹੁੰਦਾ ਕਿ ਮੈਂ ਕਿਹਾ ਰੋਮਾਂਸ ਵਾਲੀ ਗੱਲ ਖਤਮ ਹੈ ਹੁਣ ਤਾਂ ਮਤਲਬ ਇੱਕ ਜ਼ਿੰਦਗੀ ਜਿਉਣ ਦਾ ਇੱਕ ਢੰਗ ਲੱਭ ਰਿਹਾ। ਤੇ ਸ਼ੀ ਸੈਡ ਕਿ ਜੇ ਤੂੰ ਹਲਬਮ ਆਉਂਦਾ ਫਿਰ ਵੀ ਮੈਂ ਪਤਾ ਲੈ ਕੇ ਆਇਆ ਕਰਦੀ, ਥੀਏਟਰ ਕਰੇਗਾ ਮੈਂ ਕਰੀ ਜਾਊਂਗੀ। ਤੇ ਬਿਲਕੁਲ ਥੀਏਟਰ ਤੋਂ ਵਾਕਫ ਨਹੀਂ ਸੀ। ਜਦੋਂ ਦੀ ਪਹਿਲੀ ਐਂਟਰੀ ਹੋਈ ਹੈ ਨਾ, ਅਸੀਂ ਪਾਰਟ 1 ਨਾਲ ਉਦੋਂ ਕੰਮ ਕਰ ਰਹੇ ਸੀ, ਤੇ ਪਹਿਲੀ ਐਂਟਰੀ ਵਿੱਚ ਇਹਨੇ ਸਿਰਫ ਇੱਕ ਵਿੰਗ ਤੋਂ ਲੈ ਕੇ ਦੂਜੇ ਵਿੰਗ ਤੱਕ ਜਾਣਾ ਸੀ, ਇਹਦੇ ਪਿੱਛੇ ਜਾਨੀ ਗੁੰਡਾ ਪਿਆ ਹੋਇਆ, ਤੇ ਇਹਨੇ ਸਿਰਫ ਸਟੇਜ ਤੇ ਚੀਕ ਮਾਰਨੀ ਸੀ। ਜੋ ਕਰੈਕਟਰ ਸੀ ਇਹ ਆਪ ਦੱਸਦੀ ਹੈ ਕਿ ਜਦੋਂ ਚੀਕ ਮਾਰ ਕੇ ਅੱਗੇ ਜਾ ਕੇ ਇਹ ਡਿੱਗ ਪਈ ਵਿੰਗ ਦੇ ਅੰਦਰ ਜਾ ਕੇ, ਤੇ ਕਹਿੰਦੇ ਮੈਂ ਆਪਣੇ ਨੂੰ ਟੋਹ ਕੇ ਦੇਖਿਆ, ਮੈਂ ਜਿਉਂਦੀ ਵੀ ਹਾਂ। ਦਿਸ ਵਾਜ਼ ਹਰ ਕੰਡੀਸ਼ਨ। ਸ਼ੁਕਰ ਹੈ ਅੱਜ ਉਹ ਸੈਲੀਬ੍ਰੇਟਰ ਹੈ ਥੀਏਟਰ ਦੇ ਅੰਦਰ, ਫਿਲਮਾਂ ਦੇ ਅੰਦਰ। ਉਹਨੇ ਹਿੰਦੀ ਦੀ ਵੀ ਕੀਤੀਆਂ, ਅੰਗਰੇਜ਼ੀ ਦੀ ਵੀ ਕੀਤੀਆਂ, ਨਮਸਤੇ ਲੰਡਨ ਵਰਗੀਆਂ, ਨਮਸਤੇ ਇੰਗਲੈਂਡ ਵਰਗੀਆਂ ਫਿਲਮਾਂ, ਹਾਂਜੀ, ਟ੍ਰੇਨ ਟੂ ਪਾਕਿਸਤਾਨ, ਫਿਰ ਇੰਗਲਿਸ਼ ਫਿਲਮਾਂ ਕੀਤੀਆਂ, ਕਈ ਇੱਥੇ ਆਏ ਅਮਰੀਕਾ ਤੋਂ ਵੀ ਲੋਕ ਕਰਕੇ ਗਏ। ਸੋ ਇਸ ਤਰ੍ਹਾਂ ਸਾਡਾ ਸ਼ੁਰੂਆਤ ਹੋਈ ਜੀ, ਤੇ ਚੱਲ ਰਿਹਾ। ਹਾਂ ਇਹ 'ਚ ਬੱਚੇ ਰੁਲੇ ਜ਼ਰੂਰ, ਪਰ ਮੇਰੇ ਬੱਚੇ ਸੰਭਲ ਗਏ। ਉਸ ਤੋਂ ਬਾਅਦ ਬੇਟਾ ਮੇਰਾ ਉੱਥੇ ਅਮਰੀਕਾ 'ਚ ਹੈ, ਪਹਿਲਾਂ ਆਇਲ ਫੀਲਡ ਸੀਗਾ, ਨਾਓ ਇਜ਼ ਪੁਲਿਸ ਆਫਿਸਰ ਹੈ। ਬੇਟੀ ਤੁਹਾਨੂੰ ਦੱਸੀ ਹੈ, ਬੇਟੀ ਬਾਰੇ ਮੈਂ ਗੱਲ ਕੀਤੀ ਸੀ ਕਿ ਨਾਓ ਸ਼ੀ ਇਜ਼ ਫਿਲਮ ਡਾਇਰੈਕਟਰ। ਤੇ ਸੋ ਇਸ ਤਰ੍ਹਾਂ ਕਰਕੇ ਬੱਚਿਆਂ 'ਤੇ ਪ੍ਰਭਾਵ, ਲੇਕਿਨ ਬੱਚੇ ਇੱਕ ਵਾਰੀ ਰੁਲੇ, ਕਿਉਂਕਿ ਅਸੀਂ ਥੀਏਟਰ ਤੋਂ ਬਿਨਾਂ ਕੁਛ ਸੋਚਦੇ ਨਹੀਂ ਸੀਗੇ। ਦੇਖੋ ਉਹਨਾਂ ਦਿਨਾਂ 'ਚ ਇਹ ਸੀਗਾ ਆਪ ਹੀ ਲੇਟੀ ਲਾ ਕੇ 17 ਦੀਆਂ ਦੀਵਾਰਾਂ ਦੇ ਉੱਪਰ ਜਾ ਕੇ ਇਸ਼ਤਿਹਾਰ ਲਾਉਣੇ। ਹਾਂ ਮੈਂ ਇਹ ਮਾਣ ਮੈਨੂੰ ਹੈਗਾ ਕਿ ਮੈਂ ਟੈਗੋਰ ਥੀਏਟਰ ਦੇ ਵਿੱਚ ਟਿਕਟ ਲੈ ਕੇ 2 ਰੁਪਏ ਲੈ ਕੇ, ਫਿਰ ਲੋਕਾਂ ਨੇ ਕਿਹਾ ਦੀਵਾਲੀ ਬੰਦ ਕਰੋ, ਉਹ 'ਚ ਕੋਈ ਨਹੀਂ ਆਉਂਦਾ ਤੇ ਘਟੀਆ ਲੋਕ ਆਉਂਦੇ ਆ, ਇਹ 5 ਦੀਆਂ ਟਿਕਟਾਂ ਸ਼ੁਰੂ ਕੀਤੀਆਂ। ਹਾਂਜੀ ਪਹਿਲੀ ਵਾਰ ਮੈਂ ਉਹ ਕੀਤਾ, ਮੇਰੇ ਪੇਟ ਥੀਏਟਰ ਦਾ ਥੀਏਟਰ, ਤੇ ਉਹਦਾ ਮੈਨੂੰ ਅੱਗੇ ਪਤਾ ਨਹੀਂ ਸੀ, ਤੇ ਮੇਰੇ ਤੇ ਉੱਤੇ ਫਿਰ ਮੁਕੱਦਮੇ ਵੀ ਚੱਲੇ, ਐਂਟਰ ਉਹ ਜਿਹੜਾ ਐਕਸਾਈਜ਼ ਡਿਪਾਰਟਮੈਂਟ ਹੁੰਦਾ ਯੂਟੀ ਦੇ, ਉਹ ਵੀ ਸਾਰੇ। ਸੋ ਇਸ ਤਰ੍ਹਾਂ ਚੱਲਦਾ ਰਿਹਾ। ਕਿਆ ਬਾਤ। ਸੋ ਮਤਲਬ ਕਹਿਣਾ ਹੈਗਾ ਵੀ ਜ਼ਿੰਦਗੀ ਨਾਲੋਂ ਨਾਲ ਚਲਦੀ ਰਹੀ। ਹਾਂ। ਔਰ ਇੱਕ ਗੱਲ ਜ਼ਰੂਰ ਮੈਂ ਕਹਾਂਗਾ, ਥੀਏਟਰ ਨੋਟ ਈਜ਼ੀ ਜੋਬ, ਥੀਏਟਰ ਬਹੁਤ ਔਖਾ ਕੰਮ ਹੈ। ਹੁਣ ਬੱਚੇ ਜਿਹੜੇ ਆਉਂਦੇ ਨੇ ਥੀਏਟਰ ਦੇ ਵਿੱਚ ਕਦਮ ਰੱਖ ਕੇ ਫਿਲਮਾਂ ਦੇ ਵਿੱਚ ਸੀਰੀਅਲਾਂ 'ਚ ਜਾਂਦੇ ਨੇ, ਖੁਸ਼ੀ ਦੀ ਗੱਲ ਹੈ, ਮਾੜੀ ਗੱਲ ਨਹੀਂ। ਆ ਥੀਏਟਰ ਦੀ ਟ੍ਰੇਨਿੰਗ ਵਾਲੇ ਬਹੁਤ ਅੱਗੇ ਜਾਂਦੇ, ਜਿਵੇਂ ਤੁਸੀਂ ਦੱਸਿਆ ਵਰਕਸ਼ਾਪਸ ਲਾਈਆਂ ਮੇਰੇ ਕੋਲ, ਉੱਥੇ ਥੀਏਟਰ ਫਿਲਮਾਂ ਵਾਲੇ ਤੇ ਸੀਰੀਅਲ ਵਾਲੇ ਐਕਟਰ ਫੋਰਨਰਸ, ਜਿਵੇਂ ਸਪੈਨਿਸ਼, ਇਟਾਲੀਅਨ, ਨਾਈਜੀਰੀਅਨ, ਅਮੈਰੀਕਨ, ਇਹ ਸਾਰੇ ਲੋਕ ਆਉਂਦੇ ਜਾਂਦੇ ਨੇ, ਤੇ ਉਹ ਸਿੱਖਦੇ ਨੇ। ਉਹਨਾਂ ਨੇ ਮੈਨੂੰ ਲਿਖ ਕੇ ਦਿੱਤਾ ਕਿ ਅਸੀਂ ਕੀ ਸਿੱਖਿਆ। ਉਹ ਮੇਰੀ ਇੱਕ ਟ੍ਰੇਨਿੰਗ ਉਹ ਹੈਗੀ ਹੈ ਯੋਗਿਕ ਵੇ ਆਫ ਐਕਟਿੰਗ, ਕਿ ਮਤਲਬ ਯੋਗਾ ਰਾਹੀਂ ਕਿਵੇਂ ਤੁਸੀਂ ਅਦਾਕਾਰੀ ਕਿਵੇਂ ਅਦਾਕਾਰੀ ਨੂੰ ਕਿਵੇਂ ਡਿਵੈਲਪ ਕਰ ਸਕਦੇ। ਹਾਂਜੀ, ਕਿਉਂਕਿ ਮੈਂ ਆਪ ਇੱਕ ਵਾਰੀ ਫਸ ਗਿਆ ਸੀ ਇਸ ਚੱਕਰ ਦੇ ਵਿੱਚ, ਕਿ ਮੈਨੂੰ ਇੱਕ ਵਾਰੀ ਮੈਂ ਆਪ ਹੀ ਡਾਇਰੈਕਟ ਕਰਨਾ ਸੀ। ਜਦ ਮੈਂ ਰੋਪੜ ਗਿਆ ਨਾ ਪਹਿਲੀ ਵਾਰ, ਮੇਰੀ ਬਦਲੀ ਹੋਈ ਉੱਥੇ ਕੋਈ ਥੀਏਟਰ ਗਰੁੱਪ ਨਾ, ਕੋਈ ਮੈਨੂੰ ਡਾਇਰੈਕਟ ਕਰਨ ਵਾਲਾ ਨਾ, ਮੈਂ ਸ਼ੁਰੂਆਤ ਕਰਨਾ ਚਾਹੁੰਦਾ ਸੀ, ਤੇ ਉਹਦਾ ਰਿਜ਼ਲਟ ਕੀ ਨਿਕਲਿਆ ਕਿ ਮੈਂ ਆਪ ਹੀ ਉਸਨੂੰ ਕੀਤਾ ਕੀ ਕਹਾਂ, ਤੇ ਉਹ ਸੋਚ ਜਾਵਾਂ। ਮੈਂ ਉਹਦੇ ਵਿੱਚ ਮੈਡੀਟੇਸ਼ਨ ਕਰਦਾ ਹੁੰਦਾ ਸੀ ਥੋੜ੍ਹੀ ਜਿਹੀ ਯੋਗਾ, ਤੇ ਉਹਦੇ ਵਿੱਚ ਨਾ ਮੈਂ ਆਪਣਾ ਕੀ ਕਹਿੰਦੇ ਫਿਕਰ ਮੈਨੂੰ ਮੈਡੀਟੇਟ ਕਿੱਥੇ ਹੋਵੇ, ਅੱਗੇ ਮੇਰੀ ਪਰਫੋਰਮੈਂਸ, ਤੇ ਆਪ ਹੀ ਮੈਂ ਉਹਨੂੰ ਕਰਨ ਲੱਗਿਆ ਹੋਇਆ। ਜਦੋਂ ਪਰਫੋਰਮੈਂਸ ਹੋਈ, ਬੜੀ ਕਾਮਯਾਬ ਹੋਈ, ਰੇਡੀਓ ਜਲੰਧਰ ਨੇ ਵੀ ਉਹਦੇ ਬਾਰੇ ਜ਼ਿਕਰ ਕੀਤਾ, ਅਖਬਾਰਾਂ ਨੇ ਜ਼ਿਕਰ ਕੀਤਾ, ਕਪੂਰ ਸਿੰਘ ਘੁੰਮਣ ਖੁਦ ਆਏ ਉੱਥੇ, ਉਹਨਾਂ ਨੇ ਬੜਾ ਵੱਡਾ ਆਰਟੀਕਲ ਲਿਖਿਆ, ਰੋਪੜ ਵਰਗੇ ਸ਼ਹਿਰ ਤੱਕ ਜੜ ਲੱਗ ਰਹੀ ਸੀ ਥੀਏਟਰ ਦੀ, ਤੇ ਉਹਨਾਂ ਨੇ ਸਾਰਾ ਕੁਛ ਕੀਤਾ। ਤੇ ਜਦੋਂ ਜਿਹੜਾ ਉਹ ਸੀਗਾ ਫੋਟੋਗ੍ਰਾਫਰ, ਉਹਨਾਂ ਨੂੰ ਫੋਟੋ ਦਿਖਾਈਆਂ, ਮੈਂ ਕਿਹਾ ਯਾਰ ਇਹ ਫੋਟੋਆਂ ਮੈਂ ਕਿਤੇ ਦੇਖੀਆਂ ਹੋਈਆਂ। ਉਹ ਗੱਲ ਇਹ ਸੀਗੀ ਕਿ ਮੈਂ ਉਸ ਕਰੈਕਟਰ ਨੂੰ
ਜਦ ਮੈਡੀਟੇਟ ਕਰਦਾ ਸੀ ਉਸ ਕਰੈਕਟਰ ਨੂੰ ਮੈਂ ਜੀ ਰਿਹਾ ਹੁੰਦਾ ਸੀ, ਉਹਦੀ ਮੈਂ ਤਸਵੀਰ ਬਣਾ ਰਿਹਾ ਹੁੰਦਾ ਸੀ ਫਿਕਰ 'ਚ, ਤੇ ਉਹ ਇੱਕ ਟੈਕਨੀਕ ਨਵੀਂ ਲੱਭ ਗਈ ਮੈਨੂੰ, ਤੇ ਉਦੋਂ ਬਾਅਦ ਮੈਂ ਕਰਾਈ ਉਹਨਾਂ ਲੋਕਾਂ ਨੂੰ ਇੱਕ ਸਜੀਵ ਭੂਮਿਕਾ ਇਹ ਪ੍ਰੈਕਟੀਕਲੀ ਉਹਦੇ ਵਿੱਚੋਂ ਕੱਢੀ, ਤੇ ਉਹ ਬਹੁਤ ਪ੍ਰਵਾਨ ਹੋਈ ਹੈ। ਬਲਕਿ ਮੈਂ ਉਹਦੇ ਉੱਤੇ ਇੱਕ ਪੂਰੀ ਥਿਓਰੇਟੀਕਲ ਬੁੱਕ, ਮੈਨੂੰ ਤਾਂ ਇੱਕ ਪਬਲਿਸ਼ਰ ਨੇ, ਅਮਰੀਕਨ ਪਬਲਿਸ਼ਰ ਨੇ ਕਿਹਾ ਸੀ ਕਿ ਲਿਖੋ, ਇਹ ਵਰਲਡ ਦੀਆਂ ਸਾਰੀਆਂ ਯੂਨੀਵਰਸਿਟੀ ਜਾਊਗਾ, ਇਹ ਬਿਲਕੁਲ ਨਵੀਂ ਟੈਕਨੀਕ ਹੈ ਜਿਹੜੀ ਕੋਈ ਸੋਚ ਵੀ ਨਹੀਂ ਸਕਦਾ। ਦਮਨ ਸਾਹਿਬ, ਨਵੀਂ ਪੀੜ੍ਹੀ ਦੇ ਵਿੱਚ ਜਿਹੜੇ ਜੋ ਪੰਜਾਬੀ ਰੰਗਮੰਚ ਦਾ ਇਸ ਵੇਲੇ ਦੀ ਪਿੱਛੇ ਕੋਈ ਲਗਭਗ 1.5-2 ਸਾਲ ਤੋਂ ਕਰੋਨਾ ਕਰਕੇ ਜਿਹੜੀ ਪਰਫਾਰਮਿੰਗ ਆਰਟ ਹੈ ਅੱਛਾ, ਉਹਦੇ ਤੇ ਬਹੁਤ ਅਸਰ ਪਿਆ ਹੈ, ਦੁਨੀਆ ਭਰ ਵਿੱਚ ਪਿਆ ਹੈ। ਬਿਲਕੁਲ ਭਾਵੇਂ ਉਹ ਫਿਲਮਾਂ ਹੋਣ, ਭਾਵੇਂ ਖੇਡਾਂ ਹੋਣ, ਭਾਵੇਂ ਥੀਏਟਰ ਹੋਵੇ, ਜਿੱਥੇ ਪਬਲਿਕ ਇਨਵਾਇਰਮੈਂਟ ਸੀ ਉਹਦੇ ਤੇ ਬਹੁਤ ਜ਼ਿਆਦਾ, ਤੇ ਉਹਦੇ ਨਾਲ ਇੱਕ ਚਲੋ ਸ਼ੁਕਰ ਹੈ ਕਿ ਹੁਣ ਹਾਲਾਤ ਕੁਝ ਪਹਿਲਾਂ ਨਾਲੋਂ ਬਿਹਤਰ ਹੋ ਰਹੇ ਨੇ, ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਤੁਸੀਂ ਆਪਣੇ ਨਵੇਂ ਨਾਟਕ ਦੀ ਭਗਤ ਸਿੰਘ ਬਾਰੇ ਗੱਲ ਕੀਤੀ ਹੈ, ਜਾਂ ਹੋਰ ਵੀ ਇਸ ਤਰ੍ਹਾਂ ਦੀ ਪੇਸ਼ਕਾਰੀਆਂ ਦੇਖਣ ਨੂੰ ਮਿਲਣਗੀਆਂ। ਇਸ ਮਾਹੌਲ ਤੋਂ ਬਾਅਦ, ਕਿਉਂਕਿ ਅਸੀਂ ਇਹ ਮੰਨਦੇ ਹਾਂ ਕਿ ਪੰਜਾਬੀ ਜਿਹੜੀ ਥੀਏਟਰ ਦੀ ਉਮਰ ਹੈ ਉਹ ਬਹੁਤ ਲੰਬੀ ਹੈ, ਕਿਉਂਕਿ ਸਾਡੇ ਕੋਲ ਇੰਨਾ ਅਮੀਰ ਵਿਰਸਾ ਹੈ, ਇੰਨਾ ਕੁਝ ਹੈ ਕਹਿਣ ਨੂੰ। ਅੱਜ ਭਾਵੇਂ ਅੰਦੋਲਨ ਚੱਲ ਰਹੇ ਨੇ, ਜਾਂ ਇਹਦੇ ਵਿੱਚੋਂ ਵੀ ਡਾਕਟਰ ਸਾਹਿਬ ਸਿੰਘ ਵਰਗੇ ਸਮਾਂ ਵਾਲੀ ਡਾਂਗ ਲੈ ਕੇ ਆਉਂਦੇ ਨੇ, ਤੇ ਉਹ ਅੱਜ ਵੀ ਉਸ ਅੰਦੋਲਨ 'ਚ ਲੋਕ ਰੋਂਦੇ ਨੇ, ਤੇ ਛੋਟੀਆਂ ਪਰਫਾਰਮੈਂਸ ਜਿਹੜੀਆਂ ਆ ਰਹੀਆਂ ਨੇ ਉਹ ਤੁਹਾਡੇ ਜ਼ਿਹਨ 'ਤੇ ਅਸਰ ਕਰਦੀਆਂ ਨੇ, ਕਿਉਂਕਿ ਮੌਜੂਦ ਹੈ ਉਹ ਸਾਹਮਣੇ, ਤੁਹਾਡਾ ਕਰੈਕਟਰ ਤੁਹਾਡੇ ਸਾਹਮਣੇ ਹੈ। ਤੁਸੀਂ ਪੰਜਾਬੀ ਰੰਗਮੰਚ ਦਾ ਕੀ ਭਵਿੱਖ ਦੇਖਦੇ ਹੋ? ਦੇਖੋ, ਨਾ ਕਿ ਸਿਰਫ ਪੰਜਾਬੀ ਰੰਗਮੰਚ ਦਾ, ਥੀਏਟਰ ਬਾਰੇ ਮੈਂ, ਦੁਨੀਆ ਭਰ ਦੇ ਥੀਏਟਰ ਬਾਰੇ ਮੈਂ ਗੱਲ ਕਰਦਾ ਕਿ ਥੀਏਟਰ ਸੀ, ਜਿਵੇਂ ਤੁਸੀਂ ਸ਼ੁਰੂ ਕੀਤਾ ਕਿ ਜੀਵਨ ਹੀ ਥੀਏਟਰ ਨਾਲ, ਸਾਡਾ ਜੀਵਨ ਹੀ ਥੀਏਟਰ ਨਾਲ ਸ਼ੁਰੂ ਹੈ। ਥੀਏਟਰ ਸੀ, ਥੀਏਟਰ ਹੈ, ਥੀਏਟਰ ਰਹੂਗਾ। ਜਿੰਨੀਆਂ ਮਰਜ਼ੀ ਟੈਕਨੀਕਸ ਤੁਸੀਂ ਉਹ ਕਰਨਾ। ਤੁਸੀਂ ਇੱਕ ਹੋਰ ਖੂਬਸੂਰਤ ਗੱਲ ਜਿਹੜੀ ਮੈਂ ਥੀਏਟਰ ਦੇ ਵਿੱਚ ਦੇਖੀ, ਜਿਹੜੀ ਇਹਨੂੰ ਜਿਉਂਦਾ ਰੱਖਦੀ ਹੈ, ਫਿਲਮ ਦੇਖੋ, ਟਿਕਟ ਖਰੀਦੀ, ਫਿਲਮ ਦੇਖੀ, ਲੋਕ ਘਰਾਂ ਨੂੰ ਚਲੇ ਜਾਂਦੇ ਨੇ। ਥੀਏਟਰ ਦੇਖਣ ਤੋਂ ਬਾਅਦ ਥੀਏਟਰ ਹਾਲ ਦੇ ਬਾਹਰ ਲੋਕ ਖੜੇ ਤੇ ਡਿਸਕਸ ਕਰ ਰਹੇ ਹੁੰਦੇ ਨੇ ਉਸ ਸਬਜੈਕਟ ਨੂੰ ਜਿਹੜਾ ਪੇਸ਼ ਕੀਤਾ। ਇਹ ਬੜੀ ਬਹੁਤ ਵੱਡੀ ਖੂਬਸੂਰਤ ਫਿਲਮ ਨੂੰ ਕਦੀ ਸਟੈਂਡਿੰਗ ਓਵੇਸ਼ਨ ਨਹੀਂ ਮਿਲਦੀ, ਸਟੈਂਡਿੰਗ ਓਵੇਸ਼ਨ ਨਹੀਂ ਮਿਲਦੀ, ਔਰ ਦੂਜੇ ਪਾਸੇ ਦੁਬਾਰਾ ਉਹ ਸੋਚ ਨੂੰ, ਉਹ ਜਿਹੜੀ ਉਹ ਹਲੂਣਾ ਦਿੰਦਾ ਹੈ, ਉਹਨੂੰ ਲੋਕ ਆਪਸ ਵਿੱਚ ਡਿਸਕਸ ਕਰ ਰਹੇ ਹੁੰਦੇ ਨੇ ਥੀਏਟਰ ਦੇਖਣ ਤੋਂ ਬਾਅਦ। ਇਹ ਬਹੁਤ ਵੱਡੀ, ਕਿਉਂਕਿ ਤੁਹਾਡਾ ਆਈ ਕੰਟੈਕਟ ਹੈ, ਤੁਹਾਡੇ ਬਹੁਤ ਚੀਜ਼ਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਜਿਵੇਂ ਮੈਂ ਦੱਸਿਆ ਕਿ ਸਰਜਰੀ ਹੈ, ਸਰਜਰੀ ਪਰੋਸੀ ਜਾਂਦੀ ਹੈ, ਇਹਦਾ ਬਹੁਤ ਵੱਡਾ ਇਹਦਾ ਪ੍ਰਭਾਵ ਪੈਂਦਾ ਲੋਕਾਂ ਨੂੰ। ਥੀਏਟਰ ਨਹੀਂ ਜਾਏਗਾ, ਥੀਏਟਰ ਨਹੀਂ ਗਿਆ, ਥੀਏਟਰ ਨੇ ਆਪਣਾ ਢੰਗ ਨਾਲ ਆਪਣਾ ਐਵੋਲੂਸ਼ਨ ਹੈ, ਥੀਏਟਰ ਦਾ ਉਹਦਾ ਆਪਣਾ ਵਿਕਾਸ ਹੈ, ਤੇ ਉਹ ਸਮੇਂ ਦੇ ਨਾਲ ਬਦਲਦਾ ਵੀ ਹੈ। ਸਮੇਂ ਦੇ ਨਾਲ ਹੀ ਨਹੀਂ ਬਦਲਦਾ, ਸਮੇਂ ਨੂੰ ਵੀ ਬਦਲਦਾ। ਸਮੇਂ ਦੇ ਨਾਲ ਬਦਲਦਾ, ਸਮੇਂ ਨੂੰ ਸਮਝਦਾ, ਫਿਰ ਉਹ ਸਮਝਦਾ ਕਿ ਕੀ ਹੋਣਾ ਚਾਹੀਦਾ ਹੈ, ਉਹ ਸੁਨੇਹਾ ਵੀ ਦਿੰਦਾ ਲੋਕਾਂ ਨੂੰ, ਤੇ ਸਮੇਂ ਨੂੰ ਬਦਲਣ ਦੇ ਵਿੱਚ ਬਹੁਤ ਵੱਡਾ ਹਿੱਸਾ ਹੁੰਦਾ ਥੀਏਟਰ। ਮੈਂ ਸਮਝ, ਜਿੰਨੀ ਅੱਜ ਪੰਜਾਬ ਦੀ ਜੇ ਗੱਲ ਲਈਏ, ਜਿੰਨੀ ਅੱਜ ਸਾਡੇ ਨੌਜਵਾਨਾਂ ਦੀ ਜਿਹੜੀ ਸੋਚ ਹੈ, ਜਿਹੜੇ ਕੈਮਿਸਟਰ ਨੇ ਜ਼ੋਰ ਮਾਰ ਲਿਆ, ਸਾਰੀਆਂ ਸੜਕਾਂ ਲਾਲ ਕਰ ਦਿੰਦੇ ਸੀ, ਇਨਕਲਾਬ ਜਿੰਦਾ ਮਾਰਦੇ ਨਾਰੇ, ਅੱਜ ਉਹ ਕਿਸਾਨ ਅੰਦੋਲਨ ਵਿੱਚ ਉਹੀ ਨਾਰੇ ਮਾਰ ਰਹੇ ਨੇ ਜਿਹੜੇ ਕਿਤੇ ਦੇਰ ਚੁੱਪ ਹੋ ਗਏ, ਜਿਹੜੇ ਸਾਇਲੈਂਟ ਹੋ ਗਏ। ਇੱਕ ਥੀਏਟਰ ਲੈ ਕੇ ਆਇਆ ਨਾਲ ਉਹਨਾਂ ਦੇ, ਉਹ ਲੋਕ ਬੱਚਾ ਚੁਗਣਾ ਲੋਕਾਂ 'ਚ ਉਹ ਹੋਸ਼ ਪੈਦਾ ਕੀਤਾ, ਇਤਿਹਾਸ ਫਿਰ ਸਿਰਜਿਆ ਗਿਆ, ਉਹ ਲੈ ਕੇ ਆਇਆ ਉਸ ਨੂੰ। ਸੋ ਮੈਂ ਸਮਝਦਾ ਥੀਏਟਰ ਮਨੁੱਖ ਦੀ ਇੱਕ ਐਸੀ ਲੋੜ ਹੈ ਕਿ ਜਿਹਦੇ ਬਿਨਾਂ ਸਾਰੇ ਹੀ ਨਹੀਂ ਰਹਿ ਸਕਦਾ। ਥੀਏਟਰ ਦੀ ਜ਼ਰੂਰਤ ਰਹੇਗੀ, ਹੈ ਔਰ ਸੀ। ਮੈਂ ਸਮਝਦਾ ਅਸੀਂ ਕੁਝ ਪਿੱਛੇ ਡਿਸਕਸ ਕਰਦੇ ਰਹਿੰਦੇ ਹਾਂ ਕਿ ਜਦੋਂ ਕੋਈ ਰੈਵੋਲੂਸ਼ਨਰੀ ਕਵੀ ਦੀ ਗੱਲ ਕਰਦੇ ਹਾਂ, ਨਾਟਕਕਾਰ ਦੀ ਗੱਲ ਕਰਦੇ ਹਾਂ, ਤੇ ਮੈਂ ਪਿੱਛੇ ਸਰਦਾਰ ਤੇਰਾ ਸਿੰਘ ਚੰਨ ਔਰ ਸੰਤ ਰਾਮ ਉਦਾਸੀ, ਉਹਨਾਂ ਦੀ ਜਿਹੜੀਆਂ ਰਚਨਾਵਾਂ ਅੱਜ ਤੋਂ 50 ਸਾਲ 60 ਸਾਲ 40 ਸਾਲ 45 ਸਾਲ ਪਹਿਲਾਂ ਸੀ, ਉਹ ਹੂਬਹੂ ਸਾਰਥਕ ਨਜ਼ਰ ਆ ਰਹੀਆਂ ਨੇ ਅੱਜ ਦੇ ਇਸ ਮਾਹੌਲ ਦੇ ਵਿੱਚ। ਇੱਥੋਂ ਪਤਾ ਲੱਗਦਾ ਹੈ ਕਿ ਥੀਏਟਰ ਦੀ ਜਿਹੜੀ ਰੈਲੇਵੈਂਸ ਹੈ ਉਹ ਕਿੰਨੀ ਕੁ ਜ਼ਿਆਦਾ, ਕਿੰਨੀ ਮਕਬੂਲ ਹੈ, ਔਰ ਕਿੰਨੀ ਸਾਡੇ ਵਿੱਚ ਰਚੀ ਮਿਚੀ ਹੋਈ ਹੈ। ਦਮਨ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਮਿੰਟ, ਮੈਂ ਇੱਕ ਗੱਲ ਹੋਰ ਕਰਨੀ ਚਾਹੂੰਗਾ। ਥੀਏਟਰ ਦੀ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਲਿਟਰੇਚਰ ਪ੍ਰਤੀ ਹੈ। ਮੈਂ ਸਾਰਿਆਂ ਨੂੰ ਕਹਿਣਾ, ਫਿਕਸ਼ਨ ਜਿਹੜੀ ਫਿਕਸ਼ਨ ਹੈ, ਕਿੰਨੀ ਸੋਹਣੇ ਨਾਵਲ ਹੋਵੇ, ਕਿੰਨਾ ਸੋਹਣੀ ਕਹਾਣੀ ਹੋਵੇ, ਕਿੰਨੇ ਕੁ ਲੋਕ ਪੜ੍ਹਦੇ ਇਹਨਾਂ ਨੂੰ ਸ਼ੈਲਫਾਂ 'ਤੇ ਪਈਆਂ, ਕੈਟੇਗਰੀ ਚੱਕੋ ਉਹਨਾਂ ਦਾ ਕੁਝ ਵੀ ਨਹੀਂ ਹੁੰਦਾ।
ਲੇਕਿਨ ਜਦੋਂ ਅਸੀਂ ਉਹਨੂੰ ਰੂਪਾਂਤਰ ਕਰਕੇ ਜੇ 500 ਬੰਦਾ ਦੇਖ ਰਿਹਾ 500 ਨੂੰ ਪੜ੍ਹਾ ਦਿੰਦੇ ਹਾਂ, ਇਹ ਇੱਕ ਬੜੀ ਇੱਕ ਨਵੀਂ ਕੰਟਰੀਬਿਊਸ਼ਨ ਹੈ ਇਹ ਜਿਹੜੀ ਕਿ ਬੜਾ ਜ਼ਰੂਰੀ ਹੈ। ਬੇਸ਼ੱਕ। ਅਰੇ ਮੈਂ ਕਹਿਣਾ ਵੀ ਹਾਂ ਥੀਏਟਰ ਵਾਲਿਆਂ ਨੂੰ ਵੀ ਕਹਿਣਾ ਕਿ ਲਿਟਰੇਚਰ ਨੂੰ ਪਾਸੇ ਨਾ ਛੱਡੋ, ਲਿਟਰੇਚਰ ਨੂੰ ਨਾਲ ਲਾਓ, ਉਹਦੀ ਰੂਪਾਂਤਰ ਕਰੋ, ਜਿੱਦਾਂ ਤੁਸੀਂ ਕਰ ਸਕਦੇ ਹੋ, ਕਿਸ ਤੋਂ ਕਰਵਾ ਲਓ ਜੇ ਨਹੀਂ ਕਰ ਸਕਦੇ, ਲੇਕਿਨ ਉਹ ਵੀ ਜ਼ਰੂਰੀ ਹੈ। ਇਹ ਬਹੁਤ ਵੱਡੀ ਸੇਵਾ ਲਿਟਰੇਚਰ ਦੀ, ਔਰ ਉਹ ਥਾਟਸ ਨੂੰ, ਉਹਨਾਂ ਲੇਖਕਾਂ ਨੂੰ ਲੋਕਾਂ ਦੇ ਸਾਹਮਣੇ ਲਿਆਓ ਜਿਹੜੇ ਸਿਰਫ ਡੈਡ ਬਣ ਕੇ ਸ਼ੈਲਫਾਂ ਦੇ ਉੱਪਰ ਪਏ ਨੇ। ਕਿਆ ਬਾਤ ਹੈ। ਕਹਿੰਦੇ ਨੇ ਕਿ ਦੇਖਿਆ ਤੇ ਸੁਣਿਆ ਪੜ੍ਹੇ ਨਾਲੋਂ ਜ਼ਿਆਦਾ ਤੁਹਾਡੇ ਜ਼ਿਹਨ 'ਚ ਅਸਰ ਕਰਦਾ ਹੈ। ਚੰਗਾ ਸਾਹਿਤ, ਚੰਗੀ ਕਲਾਕਾਰੀ ਤੇ ਚੰਗੀ ਪੇਸ਼ਕਾਰੀ ਇੱਕ ਖੂਬਸੂਰਤ ਰੰਗਮੰਚ ਪੈਦਾ ਕਰਦੀ ਹੈ। ਬਿਲਕੁਲ ਠੀਕ ਹੈ, ਬਿਲਕੁਲ। ਬਹੁਤ ਬਹੁਤ ਧੰਨਵਾਦ ਦਮਨ ਸਾਹਿਬ। ਮੈਨੂੰ ਪਤਾ ਹੀ ਨਹੀਂ ਲੱਗਾ ਕਿ ਟਾਈਮ ਕਿਵੇਂ ਮੁੱਕ ਗਿਆ। ਨਹੀਂ, ਤੇ ਤੁਸੀਂ ਇੱਕ ਬਹੁਤ ਸੋਹਣੇ ਸਵਾਲ ਕੀਤੇ, ਮੈਂ ਬੜਾ ਸਫ਼ਰ ਵਾਂਗੂ ਸ਼ੁਕਰਗੁਜ਼ਾਰ ਹਾਂ ਕਿ ਇਹ ਸਵਾਲ ਲੋਕਾਂ ਤੱਕ ਜਾਣਗੇ ਤੁਹਾਡੇ ਜ਼ਰੀਏ, ਤੇ ਮੈਂ ਬੜਾ ਮਸ਼ਕੂਰ ਹਾਂ ਬਲਕਿ ਕਿ ਤੁਸੀਂ ਇੱਕ ਸੂਝਵਾਨ ਵਿਅਕਤੀ ਹੁੰਦੇ ਹੋਏ ਮੈਨੂੰ ਉਹ ਸਵਾਲ ਕੀਤੇ ਨੇ ਤੇ ਮੈਨੂੰ ਬੜੇ ਅੱਛੇ ਲੱਗੇ ਨੇ। ਮੈਨੂੰ ਮੇਰੇ ਖਿਆਲ ਬਹੁਤ ਸਾਰੀਆਂ ਇੰਟਰਵਿਊਆਂ 'ਚ ਤੁਹਾਡੀ ਮੈਨੂੰ ਇੰਟਰਵਿਊ ਬਹੁਤ ਪਸੰਦ ਆਈ ਯਾਰ। ਉਹ ਸਾਰੀ ਸੋਚ ਜਿਹੜੀ ਹੈਗੀ ਜੋ ਮੇਰੇ ਅੰਦਰ ਹੈ ਉਹ ਲੋਕਾਂ ਤੱਕ ਤੁਸੀਂ ਪਹੁੰਚਾਓਗੇ। ਬਹੁਤ ਬਹੁਤ ਸ਼ੁਕਰੀਆ।